ਵਾਹਿਗੁਰੂ ਸਾਹਿਬ ਜੀਓ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਣ ਆਏ ਜੀਓ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭ ਦੁੱਖ ਗਵਾਏ ਜੀਓ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਏਕ ਘੜੀ ਆਦਿ ਘਰੀ, ਆਦਿ ਹੂੰ ਤੇ ਆਦ। ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ। ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ। ਤੀਰਥ ਬਰਤ ਨੇਮ ਕੀਏ, ਤੇ ਸਬੈ ਰਸਾਤਲ ਜਾਹੇ। ਕਬੀਰ ਏਕ ਘੜੀ ਆਦਿ ਘਰੀ, ਆਦਿ ਹੂੰ ਤੇ ਆਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਨੂੰ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸ਼੍ਰੋਮਣੀ ਭਗਤ ਕਬੀਰ ਜੀ ਦੇ ਪਾਵਨ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। 231 ਸ਼ਲੋਕਾਂ ਦੀ ਕਥਾ ਸੰਪੂਰਨ ਹੋਈ ਹੈ। ਅੱਗੇ ਜਿਹੜੇ ਬਾਕੀ 12 ਸ਼ਲੋਕ ਰਹਿੰਦੇ ਨੇ, ਕੁੱਲ ਸ਼ਲੋਕ 243 ਹਨ। 231 ਹੋ ਚੁੱਕੇ ਹਨ। ਰਹਿੰਦੇ ਸ਼ਲੋਕਾਂ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਏਕ ਘੜੀ ਆਦਿ ਘਰੀ, ਆਦਿ ਹੂੰ ਤੇ ਆਦ। ਭਗਤ ਕਬੀਰ ਜੀ ਦੇ ਕੋਲ ਕੋਈ ਪ੍ਰੇਮੀ ਆਇਆ। ਆਉਣ ਸਾਰੀ ਨਮਸਕਾਰ ਕੀਤੀ, ਉੱਠ ਕੇ ਤੁਰਨ ਲੱਗਿਆ। ਭਗਤ ਜੀ ਉਸ ਪ੍ਰੇਮੀ ਨੂੰ ਕਹਿਣ ਲੱਗੇ, ਭਲਿਆ ਲੋਕਾ, ਕੁਝ ਸਮਾਂ ਬੈਠ ਕੇ ਬਾਣੀ ਕਥਾ ਉਪਦੇਸ਼ ਵੀ ਸਰਵਣ ਕਰ ਲਿਆ ਕਰ। ਉਹ ਅੱਗੋਂ ਕਹਿਣ ਲੱਗਾ, ਮਹਾਰਾਜ ਕੰਮਕਾਰੀ ਇੰਨੇ ਨੇ, ਰੁਝੇਵੇਂ ਇੰਨੇ ਵੱਧ ਗਏ ਨੇ, ਮੈਂ ਬਹੁਤਾ ਸਮਾਂ ਬੈਠ ਨਹੀਂ ਸਕਦਾ। ਤਾਂ ਭਗਤ ਜੀ ਕਹਿੰਦੇ, ਥੋੜ੍ਹਾ ਸਮਾਂ ਬੈਠ ਲਿਆ ਕਰ। ਕਿੰਨਾ ਕੁ ਸਮਾਂ ਮੈਂ ਬੈਠ ਸਕਦਾ ਹਾਂ? ਤਾਂ ਭਗਤ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ, ਕਬੀਰ ਏਕ ਘੜੀ ਆਦਿ ਘੜੀ। ਕਹਿਣ ਲੱਗੇ, ਗੁਰਮੁਖਾ ਇੱਕ ਘੜੀ 23-24 ਮਿੰਟਾਂ ਦੀ ਬਣਦੀ ਹੈ।
ਤੂੰ ਇੰਨਾ ਸਮਾਂ ਸੰਗਤ ਵਿੱਚ ਬੈਠ ਕੇ ਕਥਾ ਉਪਦੇਸ਼ ਸੁਣ ਲਿਆ ਕਰ। ਉਹ ਕਹਿਣ ਲੱਗਾ, ਮਹਾਰਾਜ ਇਹਦੇ ਸਮਾਂ ਬਹੁਤ ਲੰਬਾ ਹੈ। ਤਾਂ ਭਗਤ ਜੀ ਕਹਿਣ ਲੱਗੇ, ਅੱਧੀ ਘੜੀ। ਫਿਰ ਅੱਧੀ ਘੜੀ ਬੈਠ ਜਿਆ ਕਰ, 10-12 ਮਿੰਟ ਹੀ ਬੈਠ ਜਿਆ ਕਰ। ਕਹਿੰਦਾ ਜੀ ਇੰਨਾ ਵੀ ਸਮਾਂ ਬਹਿਣਾ ਔਖਾ ਲੱਗਦਾ। ਤਾਂ ਭਗਤ ਜੀ ਕਹਿੰਦੇ, ਆਧੀ ਹੂੰ ਤੇ ਯਾਦ। ਫਿਰ ਅੱਧੀ ਘੜੀ ਤੋਂ ਵੀ ਅੱਧੀ 5-6 ਮਿੰਟ ਹੀ ਬੈਠ ਜਿਆ ਕਰ, ਹੁਕਮਨਾਮਾ ਹੀ ਸੁਣ ਲਿਆ ਕਰ, ਸ਼੍ਰੀ ਮੁਖਵਾਕ ਹੀ ਸੁਣ ਲਿਆ ਕਰ, ਮੰਗਲਾਚਰਨ ਹੀ ਸੁਣ ਲਿਆ ਕਰ। ਜੀ ਬਹੁਤਾ ਸਮਾਂ ਨਹੀਂ ਬੈਠ ਸਕਦਾ, ਥੋੜ੍ਹਾ ਸਮਾਂ ਹੀ ਸੀ, 1 ਘੜੀ ਅੱਧੀ ਘੜੀ ਜੀ ਨਹੀਂ ਬੈਠ ਸਕਦਾ। ਅੱਧੀ ਤੋਂ ਅੱਧੀ ਘੜੀ 4 ਜਾਂ 5 ਮਿੰਟ ਦੇ ਵਿੱਚ ਹੁਕਮਨਾਮਾ ਸੁਣਿਆ ਜਾ ਸਕਦਾ ਹੈ। ਇੰਨਾ ਸਮਾਂ ਤੇ ਸੰਗਤ ਵਿੱਚ ਬੈਠਣਾ ਚਾਹੀਦਾ ਹੈ। ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ। ਭਗਤ ਕਬੀਰ ਜੀ ਫਰਮਾਉਂਦੇ ਨੇ, ਜਿਹੜੇ ਭਗਤਨ ਭਗਤੀ ਕਰਨ ਵਾਲੇ ਮਹਾਂਪੁਰਖ ਨੇ, ਗੁਰਮੁਖ ਬੰਦੇ ਨੇ, ਉਹਨਾਂ ਦੇ ਨਾਲ ਬੈਠ ਕੇ ਗੋਸ਼ਟੇ, ਜੋ ਆਪਾਂ ਪ੍ਰਸ਼ਨੋਤਰੀ ਵਿਚਾਰਾਂ ਸਰਵਣ ਕਰਦੇ ਹਾਂ, ਧਰਮ ਦੀਆਂ, ਪਰਮਾਰਥ ਦੀਆਂ, ਅਧਿਆਤਮਕਵਾਦ ਦੀਆਂ, ਕਿਉਂ ਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਇਹੀ ਹੈ। ਸਾਡੇ ਜੀਵਨ ਦਾ ਮਨੋਰਥ ਕੀ ਹੈ, ਉਹਨੂੰ ਕਿਵੇਂ ਸਿੱਧ ਕਰਨਾ ਹੈ। ਅਤੇ ਆਪਾਂ ਮਹਾਂਪੁਰਖਾਂ ਦੇ ਪਾਸ ਬੈਠ ਕੇ ਇਹਨਾਂ ਵਿਚਾਰਾਂ ਨੂੰ ਸਰਵਣ ਕਰਨਾ। ਉਹਨਾਂ ਮਹਾਂਪੁਰਖਾਂ ਦੇ ਨਾਲ ਮਿਲ ਕੇ ਜਦੋਂ ਆਪਾਂ ਵਿਚਾਰ ਵਟਾਂਦਰਾ ਕਰਦੇ ਹਾਂ, ਕੋਈ ਵਾਰਤਾਲਾਪ ਕਰਦੇ ਹਾਂ, ਕੋਈ ਬਚਨ ਬਿਲਾਸ ਕਰਦੇ ਹਾਂ, ਜੋ ਕੀਨੇ ਸੋ ਲਾਭ। ਆਪਾਂ ਜੋ ਵੀ ਬਚਨ ਕਰਦੇ ਹਾਂ ਅਤੇ ਸੁਣਦੇ ਹਾਂ, ਉਹਦੇ ਨਾਲ ਜੀਵਨ ਦੇ ਵਿੱਚ ਸਾਨੂੰ ਲਾਭ ਪ੍ਰਾਪਤ ਹੁੰਦਾ ਹੈ, ਲਾਹਾ ਖੱਟਦੇ ਹਾਂ। ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ। ਲੋ ਭਗਤ ਕਬੀਰ ਜੀ ਦੇ ਕੋਲ ਕੋਈ ਪ੍ਰੇਮੀ ਆਇਆ, ਕਹਿਣ ਲੱਗਾ, ਮਹਾਰਾਜ ਕਈ ਐਸੇ ਵੀ ਲੋਕ ਨੇ ਜਿਹੜੇ ਭਾਂਗ ਦਾ ਅਰਥ ਹੈ ਭੰਗ, ਭੰਗ ਸੁੱਖੇ ਨੂੰ ਕਹਿ ਦਿੰਦੇ ਨੇ। ਇਹ ਵੀ ਇੱਕ ਨਸ਼ਾ ਹੈ। ਕਈ ਲੋਕ ਭੰਗ ਪੀਂਦੇ ਨੇ। ਦੂਸਰੇ ਨੰਬਰ 'ਤੇ ਮਾਛਲੀ, ਮੱਛੀ ਨੂੰ ਜਲ ਤੋਰੀ ਕਹਿ ਕੇ ਇਹਨੂੰ ਵੀ ਖਾ ਲੈਂਦੇ ਨੇ। ਅਤੇ ਕਈ ਐਸੇ ਵੀ ਪਾਮਰ ਪੁਰਸ਼ ਨੇ ਸੁਰਾਪਾਨ, ਉਹ ਸ਼ਰਾਬ ਵੀ ਪੀਂਦੇ ਨੇ। ਕੀ ਮਹਾਰਾਜ ਧਰਮੀ ਬੰਦੇ ਨੂੰ ਇਹ ਚੀਜ਼ਾਂ ਖਾਣੀਆਂ ਵਰਤਣੀਆਂ ਯੋਗ ਹਨ, ਜਾਇਜ਼ ਹਨ? ਤਾਂ ਭਗਤ ਜੀ ਕਹਿੰਦੇ ਨਹੀਂ। ਜਿਹੜੇ ਜਿਹੜੇ ਲੋਕ ਭੰਗ ਸੁੱਖਾ ਪੀਂਦੇ ਨੇ, ਨਸ਼ਾ ਕਰਦੇ ਨੇ, ਮੱਛੀਆਂ ਖਾਂਦੇ ਨੇ, ਸ਼ਰਾਬਾਂ ਪੀਂਦੇ ਨੇ, ਜੋ ਜੋ ਪ੍ਰਾਨੀ ਖਾਹੇ, ਜਿਹੜੇ ਜਿਹੜੇ ਪ੍ਰਾਣਾਧਾਰੀ ਲੋਕ ਭਾਵ ਜਿਹੜੇ ਆਦਮੀ ਇਹਨਾਂ ਨੂੰ ਖਾਂਦੇ ਹਨ। ਤੀਰਥ ਬਾਰਤ ਨੇਮ ਕੀਏ, ਤੇ ਸਬੈ ਰਸਾਤਲ ਜਾਹੇ। ਉਹ ਚਾਹੇ ਤੀਰਥਾਂ 'ਤੇ ਵੀ ਜਾ ਕੇ ਨਹਾਉਂਦੇ ਰਹਿਣ, ਵਰਤ ਵੀ ਰੱਖ ਲੈਣ, ਅਤੇ ਯਮ ਨੇਮ ਆਦਿਕ ਸਾਧਨ ਵੀ ਕਰ ਲੈਣ, ਪਰ ਉਹਨਾਂ ਦੇ ਕੀਤੇ ਸਾਧਨ ਤੇ ਸਭੈ ਰਸਾਤਲ ਜਾਏ, ਸਾਰੇ ਰਸਾਤਲ ਵਿੱਚ ਹੀ ਜਾ ਪੈਂਦੇ ਨੇ, ਖੂਹ ਵਿੱਚ ਹੀ ਜਾ ਪੈਂਦੇ ਨੇ, ਟੋਏ ਵਿੱਚ ਹੀ ਜਾ ਪੈਂਦੇ ਨੇ, ਭਾਵ ਅਜਾਈਂ ਚਲੇ ਜਾਂਦੇ ਨੇ। ਇਹਦਾ ਮਤਲਬ ਇਹ ਹੈ, ਜਿਹੜਾ ਬੰਦਾ ਧਰਮ ਦੇ ਰਸਤੇ 'ਤੇ ਚੱਲਿਆ ਹੈ, ਉਹਨੂੰ ਇਹਨਾਂ ਚੀਜ਼ਾਂ ਦਾ ਤਿਆਗ ਕਰਨਾ ਪਵੇਗਾ। ਮਾਸ ਅਤੇ ਸ਼ਰਾਬ, ਇਹ ਜਿਹੜੀਆਂ 2 ਚੀਜ਼ਾਂ ਨੇ, ਇਹ ਰਾਖਸ਼ੀ ਆਹਾਰ ਹੈ। ਇਹਨਾਂ ਚੀਜ਼ਾਂ ਨੂੰ ਖਾ ਕੇ ਸਾਡੀ ਬੁੱਧੀ ਵੀ ਰਾਖਸ਼ਿਸ਼ ਬੁੱਧੀ ਹੋ ਜਾਂਦੀ ਹੈ। ਸਾਡੇ ਅੰਦਰ ਕਾਮ ਕ੍ਰੋਧ ਹਾਵੀ ਹੋ ਜਾਂਦੇ ਨੇ।
ਤੇ ਸਾਡੇ ਮਨ ਨੂੰ ਸ਼ਾਂਤੀ ਟਿਕਾਓ ਨਹੀਂ ਮਿਲ ਸਕਦਾ। ਜੈਸਾ ਅੰਨ ਤੈਸਾ ਮਨ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਨਾਲ ਇਹ ਵੀ ਜਨਮ ਸਾਖੀ ਵਿੱਚ ਆਇਆ ਹੈ, ਜਿਹੜੇ ਲੋਕ ਨਸ਼ੇ ਦਾ ਸੇਵਨ ਕਰਦੇ ਹਨ ਉਹਨਾਂ ਦੇ ਬਾਰੇ ਲਿਖਿਆ ਹੈ, ਪੋਸ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਗੁਰਸਿੱਖ ਨੂੰ ਬਹਿਰੂਨੀ ਤੌਰ 'ਤੇ ਅੰਨ ਪਾਣੀ ਤੋਂ ਸਿਵਾਏ ਹੋਰ ਕੋਈ ਅਮਲ ਨਹੀਂ ਲੱਗਣਾ ਚਾਹੀਦਾ, ਹੋਰ ਕੋਈ ਨਸ਼ਾ ਨਹੀਂ ਹੋਣਾ ਚਾਹੀਦਾ। ਅੰਨ ਪਾਣੀ ਸਾਡੇ ਸਰੀਰ ਦੀ ਲੋੜ ਹੈ। ਹੋਰ ਕੋਈ ਵੀ ਨਸ਼ਾ ਆਪਣੇ ਅਸੀਂ ਸਰੀਰ ਨੂੰ ਲਾਉਣੇ ਹਾਂ, ਫਿਰ ਉਹ ਜਦੋਂ ਨਾ ਮਿਲੇ ਤੋੜ ਲੱਗਦੀ ਹੈ, ਤਕਲੀਫ ਝੱਲਣੀ ਪੈਂਦੀ ਹੈ, ਔਖੇ ਹੋਣਾ ਪੈਂਦਾ ਹੈ। ਫਿਰ ਕਹਿੰਦੇ ਨੇ ਹੁਣ ਸਾਡੇ ਦਰਦ ਹੁੰਦਾ ਹੈ, ਸਾਨੂੰ ਕੋਈ ਪੇਨ ਕਿਲਰ ਦਵਾਈ ਦਿਓ, ਕੋਈ ਇੰਜੈਕਸ਼ਨ ਲਾਓ। ਫਿਰ ਉਹ ਤਰਲੇ ਲੈਂਦੇ ਫਿਰਦੇ। ਇਸੇ ਲਈ ਭਗਤ ਜੀ ਕਹਿੰਦੇ ਨੇ ਜਿਹੜਾ ਧਰਮੀ ਬੰਦਾ ਹੈ ਉਹਨੂੰ ਇਹਨਾਂ ਚੀਜ਼ਾਂ ਦਾ ਤਿਆਗ ਕਰਨਾ ਚਾਹੀਦਾ ਹੈ। ਨੀਚੇ ਲੋਇਨ ਕਰ ਰਹੋ, ਲੈ ਸਾਜਨ ਘਟ ਮਾਹੇ। ਲਓ ਹੁਣ ਭਗਤ ਜੀ ਦੇ ਕੋਲ ਕੋਈ ਪ੍ਰੇਮੀ ਆਇਆ, ਉਹ ਕਹਿਣ ਲੱਗਾ, ਮਹਾਰਾਜ ਮੈਨੂੰ ਇਹ ਦੱਸੋ ਬਈ ਭਜਨ ਕਿਵੇਂ ਕਰਨਾ ਚਾਹੀਦਾ। ਕਈ ਤਾਂ ਇਹ ਕਹਿੰਦੇ ਨੇ ਬਈ ਜੋ ਕੋਈ ਤੁਹਾਡੇ ਅੰਦਰ ਖੇਡ ਵਰਤਦੀ ਹੈ ਉਹਨੂੰ ਗੋਪਤ ਰੱਖਿਆ ਜਾਵੇ। ਗੁਰਬਾਣੀ ਵਿੱਚ ਕੁਝ ਐਸੇ ਬਚਨ ਆਉਂਦੇ ਨੇ, ਕਹੋ ਨਾਨਕ ਅਜਰ ਜਿਨ ਜਰਿਆ, ਤਿਸ ਹੀ ਕਉ ਬਣ ਆਵੇ। ਅਜਰ ਅਵਸਥਾ ਨੂੰ ਜਰ ਕੇ ਰੱਖਣਾ ਇਹ ਵੀ ਇੱਕ ਸਿੱਖੀ ਦਾ ਸਿਧਾਂਤ ਹੈ। ਜਿਨ ਹਰ ਪਾਇਆ ਤਿਨਹਿ ਛਪਾਇਆ। ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਉਹ ਉਸ ਨੂੰ ਛੁਪਾ ਕੇ ਰੱਖਦੇ ਨੇ, ਆਪ ਵੀ ਛੁਪ ਕੇ ਰਹਿਣਾ ਪਸੰਦ ਕਰਦੇ ਨੇ। ਹੋਣ ਨ ਜੀ ਖੁਦਾਏ ਦੇ ਭੇਤ ਨਾ ਕਿਸੈ ਦੇਣ। ਅੱਜ ਕੱਲ੍ਹ ਦੇ ਜਿਹੜੇ ਸੰਤ ਬਾਬੇ ਮਹਾਂਪੁਰਖ ਬਣਦੇ ਨੇ ਉਹਨਾਂ ਨੇ ਗੁਰਬਾਣੀ ਦੀ ਅਰਥ ਵੀ ਆਪਣੀ ਮਨਮਰਜ਼ੀ ਦੇ ਸ਼ੁਰੂ ਕਰ ਦਿੱਤੇ ਨੇ। ਇੱਕ ਸੱਜਣ ਕੋਈ ਅਮਰੀਕਾ 'ਚ ਮਿਲਿਆ, ਉਹ ਕਹਿਣ ਲੱਗਾ, ਜਿਹੜੇ ਸਾਡੇ ਭਾਈ ਸਾਹਿਬ ਨੇ, ਸਾਡੇ ਬਾਬੇ ਨੇ, ਉਹ ਸਾਨੂੰ ਦਸਮ ਦੁਆਰ ਦੀ ਪ੍ਰਾਪਤੀ ਦਾ ਰਾਹ ਦੱਸਦੇ ਨੇ ਵੀ ਕੀ ਇਹ ਦੱਸਣ ਵਾਲੀਆਂ ਗੱਲਾਂ ਹਨ। ਦਾਸ ਨੇ ਬੇਨਤੀ ਕੀਤੀ, ਗੁਰੂ ਮਹਾਰਾਜ ਦਾ ਹੁਕਮ ਤਾਂ ਇਹ ਹੈ, ਜਿਨ ਹਰ ਪਾਇਆ ਤਿਨਹਿ ਛਪਾਇਆ, ਵੀ ਜੇ ਕੋਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਕੋਈ ਅਵਸਥਾ ਪ੍ਰਾਪਤ ਹੋ ਗਈ ਹੈ, ਕੋਈ ਖੇਡ ਬਣ ਗਈ ਹੈ, ਉਹਨੂੰ ਛੁਪਾ ਕੇ ਰੱਖੋ। ਕਹਿੰਦੇ ਨਹੀਂ, ਸਾਡੇ ਬਾਬਾ ਜੀ ਤਾਂ ਕਹਿੰਦੇ ਆ, ਜਿਨ ਹਰ ਪਾਇਆ ਤਿਨਹਿ ਛਪਾਇਆ। ਜਿਨ੍ਹਾਂ ਨੇ ਰੱਬ ਨੂੰ ਪਾ ਲਿਆ ਫਿਰ ਉਹ ਪੋਸਟਰ ਛਪਾਉਂਦੇ ਨੇ, ਫਲੈਕਸੀਆਂ ਲਾਉਂਦੇ ਨੇ, ਅਖਬਾਰਾਂ ਦੇ ਵਿੱਚ ਇਸ਼ਤਿਹਾਰ ਕਢਾਉਂਦੇ ਨੇ। ਛਪਾਇਆ ਦਾ ਮਤਲਬ ਵੀ ਉਹ ਆਪਣੇ ਨਾਮ ਛਪਾਉਂਦੇ ਨੇ, ਮਸ਼ਹੂਰੀ ਕਰਾਉਂਦੇ ਨੇ, ਅਰਥਾਂ ਦਾ ਵੀ ਅਨਰਥ ਕਰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਹੈ, ਭਾਈ ਜੇ ਕੋਈ ਐਸੀ ਕਿਰਪਾ ਹੋ ਗਈ ਹੈ ਫਿਰ ਉਹਨੂੰ ਲੋਕਾਂ ਦੇ ਵਿੱਚ ਬਹੁਤਾ ਦੱਸਣ ਦੀ ਲੋੜ ਨਹੀਂ। ਭਗਤ ਕਬੀਰ ਜੀ ਇਹ ਸਿੱਖਿਆ ਦਿੰਦੇ ਨੇ, ਨੀਚੇ ਲੋਇਣ ਕਰ ਰਹੋ, ਲੈ ਸਾਜਨ ਘਟ ਮਾਹੇ। ਅਸੀਂ ਉਹ ਸੱਜਣ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਵਸਾ ਕੇ ਨੀਚੇ ਲੋਇਣ ਕਰ ਰਹੋ। ਅਸੀਂ ਤਾਂ ਅੱਖਾਂ ਨੀਵੀਆਂ ਕਰਕੇ, ਅੱਖਾਂ ਮੀਟ ਕੇ, ਸਮਾਧੀ ਲਾ ਕੇ ਬਸ ਉਹਦੇ ਆਨੰਦ ਨੂੰ ਮਾਣਦੇ ਰਹੀਏ। ਸਾਡੀ ਇਹ ਇੱਛਾ ਹੈ। ਸਭ ਰਸ ਖੇਲੋ ਪੀ ਸੋ, ਕਿਸੀ ਲਖਾਵੋ ਨਾਹੇ। ਅਸੀਂ ਆਪਣੇ ਅੰਤਰਗਤ ਹੀ, ਅੰਤਰ ਆਤਮਾ ਹੀ
ਸਭ ਰਸ ਖੇਲੋ ਪੀਅਸੋ। ਉਸ ਪਤੀ ਪਰਮੇਸ਼ਰ ਦੇ ਨਾਲ ਮਿਲ ਕੇ ਤੇ ਸਾਰੇ ਰਸ ਮਾਣੀਏ, ਪ੍ਰੇਮ ਦੀਆਂ ਖੇਡਾਂ ਖੇਡੀਏ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿਸੇ ਲਿਖਾਵੋ ਨਾਹੀਂ, ਕਿਸੇ ਨੂੰ ਪਤਾ ਵੀ ਨਾ ਲੱਗੇ, ਗੋਪਤ ਰਹਿਣਾ। ਇਹ ਵੀ ਇੱਕ ਅਵਸਥਾ ਹੈ। ਸ਼੍ਰੀਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ, ਦੀਪਮਾਲਾ ਦਾ ਦਿਨ ਸੀ। ਉਹ ਆਪਣੇ ਕਮਰੇ ਦੇ ਵਿੱਚ ਬੜੇ ਆਰਾਮ ਦੇ ਨਾਲ, ਆਨੰਦ ਨਾਲ ਬੈਠੇ ਸਨ। ਸੰਗਤ ਨੇ ਦੀਪਮਾਲਾ ਕੀਤੀ। ਕੋਈ ਪ੍ਰੇਮੀ ਆਇਆ, ਆ ਕੇ ਕਹਿਣ ਲੱਗਾ, ਮਹਾਂਪੁਰਖੋ ਬਾਹਰ ਨਿਕਲ ਕੇ ਦੇਖੋ ਕਿੰਨੀ ਸੋਹਣੀ ਦੀਪਮਾਲਾ ਸਜਾਈ ਗਈ ਹੈ। ਮਹਾਂਪੁਰਖ ਆਪਣੇ ਆਨੰਦ ਵਿੱਚ ਬੈਠੇ ਸਨ। ਉਹ ਫਿਰ ਆਇਆ, ਕਹਿਣ ਲੱਗਾ, ਮਹਾਂਪੁਰਖ ਇੱਕ ਵਾਰੀ ਬਾਹਰ ਤਾਂ ਨਿਕਲੋ, ਦੇਖੋ ਕੈਸਾ ਨਜ਼ਾਰਾ ਹੈ। ਚਾਨਣ ਹੀ ਚਾਨਣ, ਰੋਸ਼ਨੀ ਰੋਸ਼ਨੀ, ਸਾਰੇ ਪਾਸੇ ਜਗਮਗ ਜਗਮਗ ਹੋ ਰਹੀ ਹੈ। ਮਹਾਂਪੁਰਖ ਫਿਰ ਚੁੱਪ ਰਹੇ। ਉਹਨੂੰ ਚੈਨ ਨਾ ਆਵੇ। ਫਿਰ ਤੀਜੀ ਵਾਰੀ ਆਇਆ, ਕਹਿੰਦਾ, ਮਹਾਰਾਜ ਇੱਕ ਵਾਰੀ ਤਾਂ ਬਾਹਰ ਨਿਕਲ ਕੇ ਦੇਖ ਲਓ, ਸੰਗਤ ਨੇ ਕਿਵੇਂ ਦੀਪਮਾਲਾ ਕੀਤੀ ਹੈ, ਜਗਮਗ ਜਗਮਗ ਹੋ ਰਹੀ ਹੈ, ਤੁਸੀਂ ਬਾਹਰ ਨਿਕਲ ਕੇ ਦੇਖ ਵੀ ਨਹੀਂ ਸਕਦੇ। ਮਹਾਂਪੁਰਖਾਂ ਨੇ ਬੜੇ ਵੈਰਾਗ ਤੇ ਪ੍ਰੇਮ ਦੇ ਵਿੱਚ ਆ ਕੇ ਇਹ ਜਵਾਬ ਦਿੱਤਾ। ਕਹਿਣ ਲੱਗੇ, ਗੁਰਮੁਖਾ, ਜੇ ਤੈਨੂੰ ਬਾਹਰਲੀ ਦੀਪਮਾਲਾ, ਰੌਣਕ ਮੇਲਾ ਚੰਗਾ ਲੱਗਦਾ, ਤੂੰ ਜਾ ਕੇ ਵੇਖ ਲੈ, ਪਰ ਸਾਨੂੰ ਤਾਂ ਇੱਥੇ ਹੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੁਆਰਾ ਆਨੰਦ ਬਣਿਆ ਹੋਇਆ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸਾਡੇ ਅੰਦਰ ਐਸਾ ਆਨੰਦ ਬਣਿਆ ਹੈ। ਕੋਟ ਸੂਰ ਨਾਨਕ ਪ੍ਰਗਾਸ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਉਸ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਸਦਾ ਦੁਆਲੀ, ਸਾਧ ਕੀ ਅੱਠੇ ਪਹਿਰ, ਬਸੰਤ ਵਾਲੀ ਅਵਸਥਾ ਬਣੀ ਹੋਈ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਅਸੀਂ ਬਾਹਰ ਜਾ ਕੇ ਕੀ ਵੇਖਣਾ ਹੈ? ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜੋ ਕੁਝ ਸਾਨੂੰ ਅੰਦਰੋਂ ਨਜ਼ਾਰਾ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਰਿਹਾ ਹੈ, ਅਸੀਂ ਉਹਨੂੰ ਵੇਖ ਕੇ ਪ੍ਰਸੰਨ ਹਾਂ, ਖਾਮੋਸ਼ ਹਾਂ। ਸਾਨੂੰ ਹੋਰ ਕੁਝ ਵੇਖਣ ਦੀ ਇੱਛਾ ਹੀ ਨਹੀਂ ਹੋਈ। ਮਹਾਂਪੁਰਖ ਕਹਿਣ ਲੱਗੇ, ਭਲਿਆ ਲੋਕਾ, ਤੂੰ ਕਹਿੰਦਾ ਬਾਹਰ ਆ ਕੇ ਦੀਪਮਾਲਾ ਦੇਖੋ, ਅਸੀਂ ਤਾਂ ਕਦੇ ਚੰਦਰਮਾ ਤੇ ਸੂਰਜ ਨੂੰ ਨਹੀਂ ਦੇਖਿਆ। ਐਸਾ ਆਨੰਦ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੁਆਰਾ ਬਣਿਆ ਹੋਇਆ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹੁਣ ਉਸ ਜੋਤ ਦਾ ਪ੍ਰਕਾਸ਼ ਜਿਹੜਾ ਸਾਡੇ ਅੰਦਰ ਅਨੁਭਵ ਹੋ ਰਿਹਾ ਹੈ, ਉਸ ਨੂੰ ਵੇਖ ਕੇ ਹੋਰ ਕੋਈ ਰੋਸ਼ਨੀ ਦੇਖਣ ਨੂੰ ਦਿਲ ਹੀ ਨਹੀਂ ਕਰਦਾ। ਆਖਿਰ ਉਹ ਸੇਵਾਦਾਰ ਨੇ ਮਹਾਂਪੁਰਖਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ ਤੇ ਬਾਹਰ ਚਲੇ ਗਿਆ, ਫੇਰ ਨਹੀਂ ਮੁੜ ਕੇ ਆਇਆ। ਸੋ ਭਗਤ ਕਬੀਰ ਜੀ ਕਹਿੰਦੇ ਨੇ, ਇਹ ਵੀ ਇੱਕ ਅਵਸਥਾ ਹੈ। ਜਿਹੜੇ ਰੱਬ ਦੇ ਪਿਆਰੇ ਨੇ, ਉਸ ਪਿਆਰੇ ਮਿੱਤਰ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ, ਆਪਣੀਆਂ ਅੱਖਾਂ ਨੀਵੀਆਂ ਕਰਕੇ, ਨੇਤਰ ਬੰਦ ਕਰਕੇ ਤੇ ਵਾਹਿਗੁਰੂ ਦੇ ਧਿਆਨ ਵਿੱਚ ਹੀ ਜੁੜੇ ਰਹਿੰਦੇ ਨੇ। ਇਹ ਵੀ ਮਹਾਂਪੁਰਖਾਂ ਤੋਂ ਸੁਣਨ ਵਿੱਚ ਆਇਆ ਹੈ। ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਜਿਨ੍ਹਾਂ 'ਤੇ ਬੜੀ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਸੀ, ਉਹ ਕਰਕੇ ਹੀ ਰੱਖਦੇ ਸਨ। ਜਦੋਂ ਕਥਾ ਕਰਨੀ, ਸੰਗਤ ਵਿੱਚ ਬੈਠਣਾ, ਜਾਂ ਉਂਝ ਵੀ ਕਿਤੇ ਯਾਤਰਾ ਵਾਸਤੇ ਜਾਣਾ, ਸੈਰ ਲਈ ਜਾਣਾ, ਉਹਨਾਂ ਦੇ ਨੇਤਰ ਨੀਵੇਂ ਹੀ ਰਹਿੰਦੇ ਸਨ। ਆਸੇ ਪਾਸੇ ਨਹੀਂ ਸੀ ਉਹ। ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਬੈਠਦੇ ਹਾਂ
ਇੱਧਰ ਉੱਧਰ ਦੇਖਦੇ ਰਹਿੰਦੇ, ਇੱਕ ਦੂਜੇ ਦੇ ਮੂੰਹ ਵੱਲ ਹੀ ਦੇਖੀ ਜਾਂਦੇ। ਪਰ ਇਹ ਵੀ ਸਾਡੀ ਜਦੋਂ ਆਪਾਂ ਬਹਿਣਾ ਤੇ ਉਸ ਵੇਲੇ ਸਾਡਾ ਧਿਆਨ ਗੁਰੂ ਦੇ ਵਿੱਚ ਹੀ ਹੋਵੇ। ਜੇ ਬਾਹਰੋਂ ਗੁਰੂ ਸਨਮੁਖ ਬੈਠਾ, ਗੁਰੂ ਮਹਾਰਾਜ ਦੇ ਵਿੱਚ ਧਿਆਨ ਜੋੜੀ ਰੱਖੋ, ਤੇ ਜੇ ਬਾਹਰ ਨਹੀਂ ਤੇ ਅੰਤਰਾਤਮਾ ਗੁਰੂ ਦੇ ਨਾਲ ਧਿਆਨ ਜੋੜ ਲਵੋ। ਤੇ ਇਉਂ ਮਹਾਂਪੁਰਖਾਂ ਦੀ ਇਹ ਅਵਸਥਾ ਸੀ, ਉਹ ਨੇਤਰ ਨੀਵੇਂ ਕਰਕੇ ਰੱਖਦੇ ਹੀ ਨਹੀਂ ਸਨ, ਤੇ ਉਹਨਾਂ ਨੂੰ ਅੰਦਰੇ ਹੀ ਗੁਰੂ ਨਾਨਕ ਸਾਹਿਬ ਜੀ ਦੇ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਹਨਾਂ ਦੇ ਦਰਸ਼ਨ ਦੀਦਾਰੇ ਹੁੰਦੇ ਰਹਿੰਦੇ ਸਨ। ਫਿਰ ਹੋਰ ਨੂੰ ਦੇਖ ਕੇ ਲੈਣਾ ਵੀ ਕੀ ਹੈ। ਜਦੋਂ ਗੁਰੂ ਨਾਨਕ ਸਾਹਿਬ ਕਲਗੀਧਰ ਪਾਤਸ਼ਾਹ ਕੋਲੇ ਖੜੇ ਹੋਣ ਤੇ ਉਹਨਾਂ ਨੂੰ ਛੱਡ ਕੇ ਹੋਰ ਪਾਸੇ ਕਿਸੇ ਨੂੰ ਦੇਖਣ ਨੂੰ ਦਿਲ ਕਰੇਗਾ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ ਵੀ ਹੁਣ ਅਸੀਂ ਵੀ ਉਸ ਅਵਸਥਾ ਵਿੱਚ ਪਹੁੰਚ ਗਏ ਹਾਂ। ਅੰਤਰ ਆਤਮਾ ਉਸ ਵਾਹਿਗੁਰੂ ਦੇ ਨਾਲ ਮਿਲ ਕੇ ਉਹਦੇ ਨਾਲ ਸਭ ਤਰ੍ਹਾਂ ਦੀਆਂ ਪ੍ਰੇਮ ਦੀਆਂ ਖੇਡਾਂ ਖੇਡ ਰਹੇ ਹਾਂ, ਤੇ ਪਰ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ। ਅੰਤਰ ਆਤਮਾ ਇਸੀ ਆਨੰਦ ਮਾਣ ਰਹੇ ਹਾਂ। ਤੋ 60 ਕਰੀ ਤੋ ਨਿਰਖਤ ਰਹਿ ਜੀਓ। ਲਓ ਹੁਣ ਦੂਸਰੀ ਅਵਸਥਾ ਇਸ ਤੋਂ ਅਗਲੀ ਅਵਸਥਾ ਹੈ। ਭਗਤ ਕਲਾ ਦੇ ਵਿੱਚ ਹੀ ਟਿਕਿਆ ਹੋਇਆ ਸੀ, ਪਰ ਹੁਣ ਕੁਛ ਵਾਹਿਗੁਰੂ ਦੀ ਕਿਰਪਾ ਦੇ ਨਾਲ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। 8 ਜਾਮ 64 ਕਰੀ। ਹੁਣ 8 ਪਹਿਰ ਤੇ 64 ਘੜੀ, 64 ਘੜੀਆਂ ਤੋ ਨਿਰਖਤ ਰਹਿ ਜੀਓ। ਹੈ ਵਾਹਿਗੁਰੂ ਜੀ, ਸਾਡੀ ਜਿੰਦ, ਸਾਡਾ ਮਨ, ਸਾਡੀ ਆਤਮਾ, ਸਾਡੀ ਰੂਹ ਤੁਹਾਡੇ ਦਰਸ਼ਨ ਦੀਦਾਰੇ ਕਰਦੀ ਰਹਿੰਦੀ ਹੈ। ਇਹਦਾ ਮਤਲਬ ਇਹ ਹੈ, ਜਿਹਨੂੰ ਅਸੀਂ ਅੰਦਰ ਵੇਖਦੇ ਸੀ ਉਹ ਹੁਣ ਸਾਨੂੰ ਬਾਹਰ ਵੀ ਦਿਖਾਈ ਦੇਣ ਲੱਗ ਪਿਆ। ਨੀਚੇ ਲੋਇਨ ਕਿਉਂ ਕਰੋ, ਸਭ ਘਟ ਦੇਖੋ ਪੀਓ। ਲੋ ਭਗਤ ਜੀ ਕਹਿੰਦੇ ਹੁਣ ਅਸੀਂ ਆਪਣੇ ਨੇਤਰਾਂ ਨੂੰ ਨੀਵੇਂ ਕਿਵੇਂ ਕਰੀਏ, ਅੱਖਾਂ ਨੂੰ ਬੰਦ ਕਿਵੇਂ ਕਰੀਏ, ਸਭ ਘਟ ਦੇਖੋ ਪੀਓ। ਹੁਣ ਤੇ ਸਾਰੇ ਘਟ ਜੀਵਾਂ ਵਿੱਚ ਤੇ ਸਾਰੇ ਸਰੀਰਾਂ ਵਿੱਚ ਉਸ ਪਤੀ ਪਰਮੇਸ਼ਰ ਨੂੰ ਅਸੀਂ ਵੇਖ ਰਹੇ ਹਾਂ। ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਜਦੋਂ ਸਾਰੇ ਪਾਸੇ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਹੋਣ ਲੱਗ ਜਾਣ, ਨਾਨਕਾ ਪਾਤਸ਼ਾਹੋ ਦਿਸੈ ਜ਼ਾਹਰਾ, ਤੇ ਫਿਰ ਕਿਸੇ ਪਾਸੇ ਧਿਆਨ ਜਾ ਹੀ ਨਹੀਂ ਸਕਦਾ। ਇੱਕ ਤੇ ਅੰਤਰ ਆਤਮਾ ਖੇਡ ਵਰਤਦੀ ਹੈ, ਫਿਰ ਸਾਰੇ ਪਾਸਿਓਂ ਉਸ ਵਾਹਿਗੁਰੂ ਦੇ ਵਿਆਪਕ ਸਰੂਪ ਦੇ ਵਿੱਚ ਦਰਸ਼ਨ ਦੀਦਾਰੇ ਹੁੰਦੇ ਨੇ, ਤੇ ਫਿਰ ਹੋਰ ਪਾਸੇ ਧਿਆਨ ਜਾਣ ਦੀ ਗੁੰਜਾਇਸ਼ ਰਹਿੰਦੀ ਹੀ ਨਹੀਂ ਹੈ। ਤੇ ਜਿੱਧਰ ਨਿਗਾਹ ਜਾਂਦੀ ਉੱਧਰ ਹੀ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ। ਜਿਵੇਂ ਭਾਈ ਕਨ੍ਹਈਆ ਜੀ ਖਾਲਸੇ ਨੂੰ, ਪਹਾੜੀਆਂ ਨੂੰ, ਤੁਰਕਾਂ ਨੂੰ ਜਲ ਛਕਾਉਂਦੇ ਸਨ। ਕੁਝ ਸਿੰਘਾਂ ਨੇ ਸ਼ਿਕਾਇਤ ਕੀਤੀ, ਮਹਾਰਾਜ ਕੋਈ ਸਾਡਾ ਨੁਕਸਾਨ ਨਾ ਹੋ ਜਾਵੇ। ਇੱਕ ਸਿੱਖ ਭਾਈ ਕਨ੍ਹਈਆ ਜਦੋਂ ਜੰਗਬੰਦੀ ਹੁੰਦੀ ਹੈ, ਉਹ ਦੁਸ਼ਮਣਾਂ ਦੇ ਮੋਰਚਿਆਂ ਵੱਲ ਵੱਧ ਜਾਂਦਾ ਹੈ, ਉਹਨਾਂ ਨੂੰ ਜਾ ਜਾ ਕੇ ਜਲ ਛਕਾਉਂਦਾ ਹੈ, ਕਿਧਰੇ ਕੋਈ CID ਨਾ ਕਰ ਦੇਵੇ, ਕੋਈ ਨੁਕਸਾਨ ਨਾ ਕਰਵਾ ਦੇਵੇ। ਗੁਰੂ ਮਹਾਰਾਜ ਨੀਤੀ ਬਿਤਾ ਸਨ, ਕਹਿਣ ਲੱਗੇ ਲਿਆਓ ਸਾਡੇ ਕੋਲ। ਭਾਈ ਕਨ੍ਹਈਆ ਜੀ ਸਤਿਗੁਰੂ ਦੇ ਰੂਬਰੂ ਆ ਕੇ ਖੜੇ ਹੋ ਗਏ। ਹਾਜ਼ੂਰ ਨੇ ਨੇਤਰਾਂ ਵਿੱਚ ਨੇਤਰ ਪਾਏ, ਉਹਦੀ ਅੰਦਰਲੀ ਅਵਸਥਾ ਨੂੰ ਅਨੁਭਵ ਕੀਤਾ ਤੇ ਕਹਿਣ ਲੱਗੇ, ਗੁਰਮੁਖਾ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਉਣਾ। ਉਹਨਾਂ ਦੀ ਅੱਖਾਂ ਵਿੱਚੋਂ ਜਲ ਭਰਿਆ ਆ। ਕਹਿਣ ਲੱਗੇ, ਸੱਚੇ ਪਾਤਸ਼ਾਹ ਦੁਸ਼ਮਣ ਕੌਣ ਹੁੰਦਾ ਮੈਨੂੰ ਤੇ ਇਹ ਵੀ ਪਤਾ ਨਹੀਂ। ਇਹ ਹੈ ਅਸਲੀ ਬ੍ਰਹਮ ਗਿਆਨੀ ਦੀ ਅਵਸਥਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਮੈਂ ਕਦੀ ਦੁਸ਼ਮਣ ਨੂੰ ਪਾਣੀ ਪਿਆਇਆ ਹੀ ਨਹੀਂ। ਕੋਲੇ ਸਿੰਘ ਖਲੋਤੇ ਸਨ, ਕਹਿਣ ਲੱਗੇ ਤੂੰ ਝੂਠ ਬੋਲਦਾ ਹੈ, ਤੂੰ ਤੁਰਕਾਂ ਤੇ ਪਹਾੜੀਆਂ ਨੂੰ ਪਾਣੀ ਨਹੀਂ ਪਿਆਉਂਦਾ। ਉਹਨਾਂ ਦੀ ਦ੍ਰਿਸ਼ਟੀ ਆਪਣੀ ਸੀ। ਤੇ ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਦੱਸ। ਕਹਿੰਦਾ, ਨਹੀਂ ਮਹਾਰਾਜ,
ਮੈਂ ਤੇ ਕਿਸੇ ਨੂੰ ਬੇਗਾਨਾ ਸਮਝਿਆ ਹੀ ਨਹੀਂ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰਾ ਰਾਜਨ। ਮੈਨੂੰ ਤੇ ਖਾਲਸਾ ਤੇ ਹੈ ਹੀ ਖਾਸ ਰੂਪ ਆਪ ਜੀ ਦਾ। ਜਿਹੜੇ ਤੁਰਕ ਤੇ ਪਹਾੜੀਏ ਨੇ, ਮੈਨੂੰ ਉਹਨਾਂ ਵਿੱਚ ਵੀ ਆਪ ਜੀ ਦੇ ਜੋਤ ਦੇ ਦੀਦਾਰ ਹੁੰਦੇ ਨੇ। ਸਰਬ ਜੋਤ ਤੇਰੀ ਪਸਰ ਰਹੀ, ਜਹ ਜਹ ਦੇਖਾਂ ਤੈ ਨਰ ਹਰੀ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਹੁਣ ਮੇਰੀ ਇਹ ਅਵਸਥਾ ਬਣ ਗਈ ਹੈ। ਕਲਗੀਧਰ ਪਾਤਸ਼ਾਹ ਨੇ ਭਾਈ ਕਨ੍ਹਈਆ ਜੀ ਨੂੰ ਸ਼ਾਬਾਸ਼ ਆਖਿਆ। ਕਹਿਣ ਲੱਗੇ, ਤੁਸੀਂ ਧੰਨ ਹੋ, ਤੁਸੀਂ ਦੁਨੀਆ ਦੇ ਇਤਿਹਾਸ ਵਿੱਚ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ। ਜੰਗਜੋਧ ਦੇ ਸਮੇਂ ਵੀ ਤੁਸੀਂ ਕਿਸੇ ਦੁਸ਼ਮਣ ਨੂੰ ਆਪਣਾ ਦੁਸ਼ਮਣ ਨਹੀਂ ਸਮਝਦੇ। ਸਭ ਨੂੰ ਰੱਬ ਦਾ ਰੂਪ ਸਮਝ ਕੇ, ਸਾਰਿਆਂ ਵਿੱਚ ਰੱਬ ਦੀ ਜੋਤ ਵੇਖ ਕੇ ਸਭ ਦੀ ਸੇਵਾ ਕਰਦੇ ਹੋ। ਲਓ ਹੁਣ ਇਉਂ ਕਰੋ, ਅੱਗੇ ਜਲ ਛਕਾਉਣ ਦੀ ਸੇਵਾ ਕਰਦੇ ਸੀ। ਲਓ ਹੁਣ ਮਰਹਮ ਪੱਟੀ ਵੀ ਲੈ ਜਾਓ, ਜੇ ਕਿਸੇ ਨੂੰ ਜ਼ਖਮ ਲੱਗੇ ਤੇ ਮਰਹਮ ਪੱਟੀ ਵੀ ਕਰ ਦੇਣੀ। ਇਹ ਹੈ ਸਾਡਾ ਇਤਿਹਾਸ। ਜਦੋਂ ਸਾਰਿਆਂ ਵਿੱਚ ਹੀ ਰੱਬ ਦੇ ਦੀਦਾਰ ਹੋਣ ਲੱਗ ਜਾਣ, ਫਿਰ ਮਨ ਨਹੀਂ ਹੋਰ ਪਾਸੇ ਜਾਣਾ ਹੀ ਕੀ ਹੈ। ਸੁਨ ਸਖੀ ਪੀਏ ਮਹਿ ਜੀਉ ਬਸੈ, ਜੀ ਮਹਿ ਬਸੈ ਕੇ ਪੀਓ। ਲੋ ਆ ਹੈ ਪੂਰਨ ਮਹਾਂਪੁਰਖਾਂ ਦੀ ਅਵਸਥਾ। ਭਗਤ ਜੀ ਕਹਿੰਦੇ ਨੇ, ਸੁਣ ਸਖੀ ਜੀ ਮੈਂ ਪੀ ਮੈਂ ਜੀਉ ਬਸੈ। ਐ ਸਖੀ ਸਹੇਲੀ ਸੁਣ, ਪੀ ਮੈਂ ਜੀਉ ਬਸੈ, ਮੇਰੀ ਜਿੰਦ ਪਤੀ ਵਿੱਚ ਵਸਦੀ ਹੈ। ਸਤਿਗੁਰੂ ਦੇ ਬਚਨ ਨੇ ਨਾ, ਧਨ ਪਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧਨ ਪਰ ਕਹੀਐ ਸੋਏ। ਇਹ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ, ਇਹ ਪ੍ਰੇਮ ਦਾ ਰਿਸ਼ਤਾ ਹੁੰਦਾ ਹੈ, ਪਿਆਰ ਦਾ ਰਿਸ਼ਤਾ ਹੁੰਦਾ ਹੈ, ਹਕੀਕੀ ਇਸ਼ਕ ਦਾ ਰਿਸ਼ਤਾ ਹੁੰਦਾ ਹੈ। ਲਓ ਭਗਤ ਕਬੀਰ ਜੀ ਫਰਮਾਉਂਦੇ ਨੇ, ਹੇ ਸਖੀ ਹੁਣ ਉਸ ਪਤੀ ਪਰਮੇਸ਼ਰ ਵਿੱਚ ਸਾਡੀ ਜਿੰਦ ਵਸ ਰਹੀ ਹੈ। ਜੀ ਮੈਂ ਬਸੈ ਕੇ ਪੀਓ, ਤੇ ਸਾਡੀ ਜਿੰਦ ਆਤਮਾ ਦੇ ਵਿੱਚ ਉਹ ਪਤੀ ਪਰਮੇਸ਼ਰ ਆਪ ਨਿਵਾਸ ਕਰ ਰਿਹਾ ਹੈ। ਜੀਓ ਪੀਓ ਬੂਝੋ ਨਹੀਂ, ਘਟ ਮਹਿ ਜੀਓ ਕੇ ਪੀਓ। ਲਓ ਹੁਣ ਅੰਤਰ ਆਤਮਾ ਐਸੀ ਅਭੇਦਤਾ ਹੋ ਗਈ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਜੀਓ ਪੀਓ ਬੂਝੋ ਨਹੀਂ। ਜੀਓ ਜਿੰਦ ਕੀ ਹੈ, ਤੇ ਪਿਓ ਪਤੀ ਪਰਮੇਸ਼ਰ ਕੀ ਹੈ, ਆਤਮਾ ਕੀ ਹੈ, ਪਰਮਾਤਮਾ ਕੀ ਹੈ, ਜੀਵ ਕੌਣ ਹੈ, ਈਸ਼ਵਰ ਕੌਣ ਹੈ, ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ। ਘਟ ਮੈਂ ਜੀਓ ਕਿ ਪੀਓ। ਹੁਣ ਸਾਡੇ ਹਿਰਦੇ ਵਿੱਚ ਜਿੰਦ ਕੌਣ ਹੈ ਤੇ ਪਿਓ ਪਤੀ ਕੌਣ ਹੈ, ਪਤਨੀ ਕੌਣ ਹੈ ਤੇ ਪਤੀ ਕੌਣ ਹੈ, ਆਤਮਾ ਕੀ ਹੈ ਤੇ ਪਰਮਾਤਮਾ ਕੀ ਹੈ, ਕੋਈ ਵਖਰੇਵਾਂ ਰਿਹਾ ਹੀ ਨਹੀਂ। ਹੁਣ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਹੁਣ ਤੇ ਸਾਰੇ ਪਾਸੀਂ ਦੁਬਦਾ ਦੂਰ ਹੋ ਗਈ ਹੈ, ਤੇ ਏਕਤਾ ਜੀਵ ਈਸ਼ ਦੀ ਏਕਤਾ ਹੋ ਗਈ ਹੈ, ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਗਈ ਹੈ। ਕਬੀਰ ਬਾਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਲੋ ਹੁਣ ਅੱਗੇ ਭਗਤ ਕਬੀਰ ਜੀ ਦੇ ਪਾਸ ਕੋਈ ਉੱਚੀ ਜਾਤ ਦਾ ਬ੍ਰਾਹਮਣ ਆਇਆ। ਉਹ ਆ ਕੇ ਕਹਿਣ ਲੱਗਾ, ਭਗਤ ਜੀ ਤੁਸੀਂ ਮੈਨੂੰ ਗੁਰੂ ਧਾਰਨ ਕਰੋ। ਕਿਉਂ? ਪਹਿਲਾਂ ਤੋਂ ਲੈ ਕੇ ਬ੍ਰਾਹਮਣ ਹੀ ਲੋਕਾਂ ਦੇ ਗੁਰੂ ਬਣਦੇ ਆਏ ਨੇ। ਜੇ ਕੁਛ ਲੋਕਾਂ ਨੇ ਕੁਝ ਪੁੱਛਣਾ ਹੋਵੇ ਤੇ ਬ੍ਰਾਹਮਣਾਂ ਨੂੰ ਜਾ ਕੇ ਪੁੱਛਦੇ ਨੇ। ਬ੍ਰਾਹਮਣ ਜਾਤੀ ਹੈ, 4 ਵਰਣ ਨੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਬ੍ਰਾਹਮਣ ਆਪਣੇ ਆਪ ਨੂੰ ਉੱਚਾ ਮੰਨਦੇ ਨੇ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਬਾਹਮਣ ਗੁਰੂ ਹੈ ਜਗਤ ਕਾ। ਕੋਈ ਬ੍ਰਾਹਮਣ ਜਿਹੜਾ 4 ਵੇਦਾਂ ਦਾ ਗਿਆਤਾ ਹੈ, ਖਟ ਸ਼ਾਸਤਰਾਂ ਦਾ ਜਾਣਕਾਰ ਹੈ, ਗੀਤਾ, ਭਾਗਵਤ, ਰਮਾਇਣ ਆਦਿਕ ਵੀ ਗ੍ਰੰਥ ਪੜ੍ਹੇ ਹੋਏ ਨੇ, ਉਹ ਬ੍ਰਾਹਮਣ ਸੰਸਾਰ ਦਾ ਗੁਰੂ ਤੇ ਹੋ ਸਕਦਾ ਹੈ। ਭਗਤਨ ਕਾ ਗੁਰ ਨਾਹੀਂ, ਪਰ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦਾ ਗੁਰੂ ਨਹੀਂ ਹੋ ਸਕਦਾ। ਕਿਉਂ? ਉਹਨੇ ਭਗਤੀ ਆਪ ਕੀਤੀ ਹੀ ਨਹੀਂ।
ਕਿਤਾਬਾਂ ਹੀ ਪੜ੍ਹੀਆਂ ਨੇ, ਗ੍ਰੰਥ ਹੀ ਪੜ੍ਹੇ ਨੇ, ਅਧਿਆਤਮਕਵਾਦ ਬਾਰੇ ਉਹਨੂੰ ਸੋਝੀ ਕੋਈ ਨਹੀਂ, ਉਹ ਕੀ ਦੱਸੇਗਾ। ਇਸੇ ਲਈ ਭਗਤ ਜੀ ਕਹਿੰਦੇ ਨੇ ਜਿਹੜੇ ਇਕੱਲੇ ਵਿਦਵਾਨ ਨੇ, ਠੀਕ ਹੈ, ਆਪਣੇ ਆਪ ਨੂੰ ਗਿਆਨਵਾਨ ਸਮਝ ਲੈਂਦੇ ਨੇ। ਬਾਹਰ ਦਿਸਿਆ ਚਾਨਣਾ ਦਿਲ ਅੰਧਿਆਰੀ ਰਾਤ, ਬਾਹਰੋਂ ਤੇ ਗਿਆਨ ਦਾ ਚਾਨਣ ਹੁੰਦਾ ਹੈ, ਪਰ ਅੰਦਰ ਉਹਨਾਂ ਦੇ ਅਗਿਆਨਤਾ ਦਾ, ਅਵਿਦਿਆ ਦਾ, ਜਹਾਲਤ ਦਾ, ਮੋਹ ਮਾਇਆ ਦਾ ਹਨੇਰਾ ਹੀ ਉਹਨਾਂ ਦੇ ਅੰਦਰ ਹੁੰਦਾ। ਜਿਵੇਂ ਪਿੱਛੇ ਭਗਤ ਜੀ ਨੇ ਆਖਿਆ ਸੀ ਨਾ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਹੈ। ਕੁਸਲਾਤ ਤੋਂ ਪਾਵੇ ਕਾਹਦੀ ਪੰਡਤਾਈ ਹੈ, ਇਹ ਕਾਹਦੀ ਸਿਆਣਪ ਹੈ, ਇਹ ਕਿਹੜੀ ਬੁੱਧੀਮਤਾ ਹੈ, ਹੱਥ ਵਿੱਚ ਦੀਵਾ ਲੈ ਕੇ ਖੂਹ ਵਿੱਚ ਡਿੱਗੇ। ਇਹੀ ਪੰਡਤਾਂ ਦਾ ਹਾਲ ਸੀ। ਭਗਤ ਜੀ ਕਹਿੰਦੇ ਨੇ ਬ੍ਰਾਹਮਣ ਜਗਤ ਦਾ ਗੁਰੂ ਤਾਂ ਹੋ ਸਕਦਾ ਹੈ, ਪਰ ਜਿਹੜੇ ਭਗਤੀ ਦੇ ਮਾਰਗ 'ਤੇ ਚੱਲਣ ਵਾਲੇ ਨੇ, ਉਹਨਾਂ ਦਾ ਗੁਰੂ ਰਾਧ ਸਿਰਾ ਨਹੀਂ ਬਣ ਸਕਦਾ। ਅਰਜ ਉਰਜ ਕੈ ਪਚ ਮੂਆ, ਚਾਰੋ ਬੇਦਹੁ ਮਾਹੇ। ਕਿਉਂਕਿ ਜਿਹੜਾ ਬ੍ਰਾਹਮਣ ਹੈ, ਉੱਚੀ ਜਾਤ ਦਾ ਮਨੁੱਖ, ਉਹਨੇ ਚਾਰੇ ਵੇਦ ਤਾਂ ਪੜ੍ਹ ਲਏ ਨੇ, ਧਰਮ ਗ੍ਰੰਥ ਪੜ੍ਹ ਲਏ ਨੇ, ਪਰ ਉਹ ਚਾਰੇ ਵੇਦਾਂ ਦੇ ਹੀ ਕਰਮ ਉਪਾਸਨਾ ਗਿਆਨ 3 ਕਾਂਡ ਨੇ, ਉਹਨਾਂ ਦੇ ਵਿੱਚ ਹੀ ਅਰਜ ਉਰਜ ਕੈ, ਅਰਜ ਦਾ ਅਰਥ ਹੈ ਫਸ ਕੇ, ਅਤੇ ਉਰਜ ਕੈ ਦਾ ਅਰਥ ਹੈ ਵੀ ਉਲਝ ਕੇ, ਵੀ ਇਸ ਕਰਮ ਕਾਂਡ ਦੇ ਜਾਲ ਦੇ ਵਿੱਚ ਫਸ ਕੇ ਅਤੇ ਉਪਾਸਨਾ ਦੇ ਵਿੱਚ ਉਲਝ ਕੇ, ਉਹ ਤਾਂ ਇੱਥੇ ਹੀ ਮਰ ਖਪ ਕੇ, ਇੱਥੇ ਹੀ ਖਪ ਕੇ ਮਰ ਗਿਆ, ਪਰ ਉਹਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਈ, ਕਿਉਂਕਿ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਨਾ। ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕੇਵਲ ਗ੍ਰੰਥ ਪੜ੍ਹ ਕੇ, ਵਿਦਿਆ ਪੜ੍ਹ ਕੇ ਬ੍ਰਹਮ ਗਿਆਨ ਨਹੀਂ ਪ੍ਰਾਪਤ ਹੁੰਦਾ, ਨਾ ਹੀ ਮੁਕਤੀ ਪ੍ਰਾਪਤ ਹੁੰਦੀ, ਨਾ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਉਹਦੇ ਲਈ ਭਗਤੀ ਕਰਨੀ ਪੈਂਦੀ ਹੈ। ਭਗਤੀ ਤੋਖਤ ਦੀਨ ਕਿਰਪਾਲਾ, ਗੁਣੇ ਨਾ ਕਿਤੇ ਹੀ ਹੈ ਭਿੱਗਾ। ਭਗਤੀ ਵੀ 9 ਪ੍ਰਕਾਰ ਦੀ ਹੈ। ਸਰਵਣ ਸਿਮਰਨ ਔ ਕੀਰਤਨ, ਪਾਠ ਸੇਵ ਅਰਚਾਨ, ਦਾਸਾ ਸਖਪਨ ਬੰਦਨਾ, ਸਰਬ ਨਿਵੇਦਨ ਜਾਣ। ਇੱਕ ਪ੍ਰੇਮਾ ਭਗਤੀ ਹੈ, ਉਹ ਨਵਦਾ ਭਗਤੀ ਤੋਂ ਵੱਖਰੀ ਭਗਤੀ ਹੈ। ਪ੍ਰੇਮਾ ਭਗਤੀ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ। ਇਸੇ ਲਈ ਭਗਤ ਜੀ ਕਹਿੰਦੇ ਨੇ ਬ੍ਰਾਹਮਣ ਸੰਸਾਰ ਦਾ ਗੁਰੂ ਤੇ ਹੋ ਸਕਦਾ, ਭਗਤਾਂ ਦਾ ਗੁਰੂ ਨਹੀਂ। ਉਹ ਤੇ ਚਾਰੇ ਵੇਦਾਂ ਦੇ ਜਾਲ ਦੇ ਵਿੱਚ, ਗਿਆਨ ਦੇ ਜਾਲ ਵਿੱਚ, ਕਰਮ ਦੇ ਜਾਲ ਵਿੱਚ, ਭਰਮ ਦੇ ਜਾਲ ਦੇ ਵਿੱਚ ਹੀ ਫਸ ਕੇ ਉਲਝ ਕੇ ਮਰ ਖਪ ਗਿਆ ਹੈ। ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਾਥੀ ਚੁਣੀ ਨਾ ਜਾਏ। ਲੋ ਫੇਰ ਭਗਤ ਜੀ ਦੇ ਕੋਲੇ ਕੋਈ ਹੋਰ ਪ੍ਰੇਮੀ ਆਇਆ, ਉਹ ਕਹਿੰਦਾ ਮਹਾਰਾਜ ਮੈਨੂੰ ਇਹ ਦੱਸੋ ਬਈ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਤਾਂ ਭਗਤ ਜੀ ਕਹਿੰਦੇ ਲਓ ਸੁਣੋ ਧਿਆਨ ਦੇ ਨਾਲ। ਹਰ ਹੈ ਖੰਡ, ਵਾਹਿਗੁਰੂ ਖੰਡ ਵਾਂਗ ਮਿੱਠਾ ਹੈ। ਰੇਤ ਮੈਂ ਬਿਖਰੀ, ਪਰ ਉਹ ਜਿਹੜੀ ਖੰਡ ਹੈ ਰੇਤੇ ਵਿੱਚ ਬਿਖਰੀ ਦਾ ਅਰਥ ਹੈ ਖਿੰਡੀ ਪਈ ਹੈ। ਰੇਤਾ ਕੀ ਹੈ? ਮਾਇਆ, ਪਦਾਰਥਵਾਦ। ਵਾਹਿਗੁਰੂ ਖੰਡ ਵਾਂਗ ਹੈ ਅਤੇ ਪਰ ਉਹ ਰੇਤੇ ਵਿੱਚ ਮਿਲਿਆ ਹੋਇਆ। ਉਹ ਵਾਹਿਗੁਰੂ ਮਾਇਆ ਬ੍ਰਹਮ ਰਮੈ ਸਭ ਸੰਗ। ਪ੍ਰਕਿਰਤੀ ਵਿੱਚ, ਕੁਦਰਤ ਵਿੱਚ ਉਹ ਵਾਹਿਗੁਰੂ ਵਸਿਆ ਹੋਇਆ, ਕੁਦਰਤ ਕਰਕੇ ਵਸਿਆ ਸੋਏ। ਵਾਹਿਗੁਰੂ ਖੰਡ ਵਾਂਗ ਹੈ, ਉਹ ਮਾਇਆ ਦੇ ਰੇਤੇ ਵਿੱਚ ਮਿਲਿਆ ਹੋਇਆ। ਹਾਥੀ ਚੁਣੀ ਨਾ ਜਾਏ। ਜੇ ਹੁਣ ਰੇਤੇ ਵਿੱਚ ਖਿਲਰੀ ਹੋਈ ਖੰਡ ਨੂੰ ਖਾਣਾ ਹੋਵੇ, ਹਾਥੀ ਤੋਂ ਉਹ ਚੁਣੀ ਨਹੀਂ ਜਾ ਸਕਦੀ। ਹਾਥੀ ਬਹੁਤ ਵੱਡਾ ਹੁੰਦਾ ਹੈ ਨਾ, ਹਾਥੀ ਉਹ ਉਸ ਖੰਡ ਦੇ ਦਾਣਿਆਂ ਨੂੰ ਨਹੀਂ ਚੁੱਕ ਸਕਦਾ, ਅਤੇ ਫਿਰ ਮਹਾਰਾਜ ਉਸ ਖੰਡ ਨੂੰ ਕਿਵੇਂ ਚੁਣਿਆ ਜਾ ਸਕਦਾ ਹੈ। ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕੈ ਖਾਏ। ਕਬੀਰ ਭਗਤ ਜੀ ਕਹਿੰਦੇ ਸਾਨੂੰ ਸਾਡੇ ਗੁਰੂ ਨੇ ਬਹੁਤ ਵਧੀਆ ਇੱਕ ਜੁਗਤੀ ਸਮਝਾ ਦਿੱਤੀ ਹੈ, ਵਧੀਆ ਤਰਕੀਬ ਸੁਝਾ ਦਿੱਤੀ ਹੈ। ਉਹ ਕਿਹੜੀ ਤਰਕੀਬ ਹੈ, ਕਿਹੜੀ ਜੁਗਤੀ ਹੈ? ਕੀਟੀ ਹੋਏ ਕੈ ਖਾਏ। ਭਗਤ ਜੀ ਕਹਿੰਦੇ ਕੀੜੀ ਬਣ ਜਾਓ, ਅਤੇ ਕੀੜੀ ਰੇਤ ਵਿੱਚ ਖਿੰਡੀ ਖੰਡ ਨੂੰ ਵੀ ਖਾ ਲੈਂਦੀ ਹੈ। ਉਹ ਰੇਤ ਵਿੱਚੋਂ ਵੀ ਖੰਡ ਦੇ ਦਾਣੇ ਪਾੜ ਲੈਂਦੀ ਹੈ। ਜੇ ਤਾਂ ਤੁਸੀਂ ਹਾਥੀ ਵਾਂਗੂ ਆਪਣੇ
ਸਰੀਰ ਦੇ ਹੰਕਾਰ ਦੇ ਵਿੱਚ, ਦੇ ਅਭਿਮਾਨ ਦੇ ਵਿੱਚ ਫਸੇ ਰਹੇ, ਮਾਇਆ ਦੇ ਹੰਕਾਰ ਵਿੱਚ ਫਸੇ ਰਹੇ, ਵਿਦਿਆ ਦੇ ਗਿਆਨ ਦੇ ਹੰਕਾਰ ਵਿੱਚ ਫਸੇ ਰਹੇ, ਫਿਰ ਤੁਹਾਡਾ ਮਨ ਹਾਥੀ ਵਾਂਗ ਹੋ ਜਾਵੇਗਾ। ਹਰ ਜਿਉ ਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੇ। ਹੰਕਾਰੀ ਮਨ ਕਦੇ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਨਹੀਂ ਸਕਦਾ। ਵਾਹਿਗੁਰੂ ਖੰਡ ਵਾਂਗ ਹੈ, ਮਾਇਆ ਦੇ ਰੇਤੇ ਵਿੱਚ ਖਿੰਡਿਆ ਹੋਇਆ ਹੈ। ਹਾਥੀ ਵਾਂਗੂ ਸਾਡਾ ਜਿਹੜਾ ਹੰਕਾਰੀ ਮਨ ਹੈ ਉਹ ਉਸ ਨੂੰ ਨਹੀਂ ਲੱਭ ਸਕਦਾ। ਭਗਤ ਕਬੀਰ ਜੀ ਕਹਿੰਦੇ ਨੇ, ਸਾਡੇ ਗੁਰੂ ਨੇ ਸਾਨੂੰ ਇਹ ਗੱਲ, ਇਹ ਤਰਕੀਬ ਸੁਝਾ ਦਿੱਤੀ ਹੈ ਵੀ ਕੀੜੀ ਬਣ ਜਾਵੋ, ਭਾਵ ਕੀੜੀ ਵਾਂਗੂ ਨਿਮਰਤਾ ਨੂੰ ਧਾਰਨ ਕਰੋ, ਹੰਕਾਰ ਛੱਡੋ। ਸ਼ਸ਼ਾ ਸ਼ੋਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ। ਸ਼ਸ਼ਾ ਸ਼ਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਕੀੜੀ ਬਣ ਕੇ, ਦਾਸਾਂ ਦੇ ਦਾਸ ਬਣ ਕੇ ਤੁਸੀਂ ਉਸ ਨੂੰ ਖਾ ਸਕਦੇ ਹੋ। ਕਬੀਰ ਜੋ ਤੋਹੇ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ। ਕੋਈ ਨਵਾਂ ਜਗਿਆਸੂ ਆਇਆ, ਕਹਿਣ ਲੱਗਾ, ਮਹਾਰਾਜ ਮੈਨੂੰ ਦੱਸੋ ਬਈ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਕੀ ਸਾਨੂੰ ਕਰਨਾ ਪਵੇਗਾ। ਤਾਂ ਭਗਤ ਕਬੀਰ ਜੀ ਉਹਨੂੰ ਕੀ ਸਮਝਾਉਂਦੇ ਨੇ। ਕਬੀਰ ਜੋ ਤੋਹੇ ਸਾਧ ਪਿਰਮ ਕੀ। ਸਾਧ ਦਾ ਅਰਥ ਪ੍ਰਕਰਨ ਦੇ ਅਨੁਸਾਰ ਵਿਦਵਾਨਾਂ ਨੇ ਇਹ ਕੀਤਾ। ਸਾਧ ਦਾ ਅਰਥ ਹੈ ਸਦਰ, ਤਾਂਗ, ਇੱਛਾ। ਕਬੀਰ ਜੋ ਤੋਂ ਸਾਧ ਪਿਰਮ ਕੀ। ਜੇ ਤੈਨੂੰ ਉਸ ਪਤੀ ਪਰਮੇਸ਼ਰ ਦੇ ਮਿਲਣ ਦੀ ਸਦਰ ਹੈ, ਤੇਰੇ ਮਨ ਦੇ ਵਿੱਚ ਤਾਂਗ ਹੈ, ਫਿਰ ਆਹ ਕੰਮ ਕਰ। ਸੀਸ ਕਾਟ ਕਰ ਗੋਏ। ਆਪਣਾ ਸਿਰ ਕੱਟ ਕੇ, ਉਹਦੀ ਗੋਏ ਦਾ ਅਰਥ ਹੈ ਗੇਂਦ ਬਣਾ ਲੈ, ਖੁੱਦੋ ਬਣਾ ਲੈ। ਜਿਵੇਂ ਬੱਚੇ ਗੇਂਦ ਨਾਲ, ਜਿਹਨੂੰ ਬਾਲ ਵੀ ਕਹਿ ਦਿੰਦੇ ਨੇ, ਵੀ ਉਹ ਗੇਂਦ ਨਾਲ ਖੇਡਦੇ ਨੇ, ਉਹਨੂੰ ਠੁੱਡੇ ਮਾਰਦੇ ਨੇ। ਕਦੀ ਜਦੋਂ ਵਾਲੀਬਾਲ ਖੇਡਦੇ ਨੇ ਉਸ ਵੇਲੇ ਉਹ ਹੱਥ ਦੇ ਨਾਲ ਗੇਂਦ ਨੂੰ ਚੋਟ ਮਾਰਦੇ ਨੇ। ਫੁੱਟਬਾਲ ਖੇਡਣ ਵੇਲੇ ਪੈਰ ਦੇ ਨਾਲ ਠੁੱਡੇ ਮਾਰਦੇ ਨੇ। ਭਗਤ ਜੀ ਕਹਿੰਦੇ ਨੇ, ਜੇ ਤੇਰੇ ਮਨ ਦੇ ਵਿੱਚ ਰੱਬ ਦੇ ਮਿਲਣ ਦੀ ਤਾਂਘ ਹੈ ਤੇ ਆਪਣਾ ਸਿਰ ਕੱਟ ਕੇ ਉਹਦੀ ਖੁੱਦੋ ਬਣਾ ਲੈ। ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ। ਫਿਰ ਉਹਨੂੰ ਠੁੱਡੇ ਮਾਰ। ਖੇਲਦਿਆਂ ਖੇਲਦਿਆਂ ਹਾਲ ਕਰ, ਮਸਤੀ ਚੜਾ ਲੈ। ਐਸੀ ਪ੍ਰੇਮ ਦੀ ਖੇਡ ਖੇਡ ਜਿਵੇਂ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਹੋਏ ਨੇ। ਔਰ ਉਹਨਾਂ ਦਾ ਜੰਗ ਦੇ ਵਿੱਚ, ਦੁਸ਼ਮਣ ਦੇ ਮੁਕਾਬਲੇ ਦੇ ਵਿੱਚ ਸਾਂਝਾ ਵਾਰ ਹੋਇਆ। ਜਹਾਨ ਖਾਨ ਜਿਹੜਾ ਫੌਜਾਂ ਦਾ ਜਰਨੈਲ ਸੀ, ਤੇ ਬਾਬਾ ਦੀਪ ਸਿੰਘ ਜੀ ਦਾ, ਦੋਹਾਂ ਦਾ ਸੀਸ ਕੱਟਿਆ ਜਾਂਦਾ। ਕੋਲ ਮੀਤ ਜਥੇਦਾਰ ਭਾਈ ਨੱਥਾ ਸਿੰਘ ਜੀ ਖਲੋਤੇ ਸਨ। ਕਹਿਣ ਲੱਗੇ, ਜਥੇਦਾਰ ਜੀ, ਤੁਸੀਂ ਤਾਂ ਇਹ ਬਚਨ ਕੀਤਾ ਸੀ, ਮੇਰਾ ਸੀਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਭੇਟ ਹੋਵੇਗਾ। ਤੁਹਾਡਾ ਸੀਸ ਤੇ ਇੱਥੇ ਹੀ ਲੈ ਗਿਆ, ਇੱਥੇ ਡਿੱਗ ਪਿਆ ਹੈ, ਤੇ ਹੁਣ ਤੁਹਾਡਾ ਉਹ ਬਚਨ ਕਿਵੇਂ ਪੂਰਾ ਹੋਵੇਗਾ। ਉਸੇ ਵੇਲੇ ਐਸੀ ਗੁਰੂ ਦੀ ਕਲਾ ਵਰਤੀ। ਬਾਬਾ ਦੀਪ ਸਿੰਘ ਜੀ ਨੇ ਕੱਟਿਆ ਸਿਰ ਖੱਬੇ ਹੱਥ ਦੀ ਹਥੇਲੀ ਤੇ ਰੱਖਿਆ, ਤੇ ਸੱਜੇ ਹੱਥ ਵਿੱਚ 20 ਸੇਰ ਦਾ ਖੰਡਾ ਪਕੜ ਕੇ ਲੱਗੇ ਦੁਸ਼ਮਣ ਦੇ ਆਹੂ ਲਾਉਣ। ਲੜਦਿਆਂ ਲੜਦਿਆਂ ਗੁਰਦੁਆਰਾ ਟਾਹਲਾ ਸਾਹਿਬ ਤੋਂ ਦਰਬਾਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਆ ਗਏ, ਜਿੱਥੇ ਉਹਨਾਂ ਦਾ ਸ਼ਹੀਦ ਬੁੰਗਾ ਬਣਿਆ ਹੋਇਆ ਹੈ ਬਾਬਾ ਦੀਪ ਸਿੰਘ ਜੀ ਦਾ। ਉੱਥੇ ਆ ਕੇ ਪ੍ਰਕਰਮਾਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸੀਸ ਭੇਟਾ ਕੀਤਾ, ਤੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ। ਜਿੱਥੇ ਗੁਰਦੁਆਰਾ ਸ਼ਹੀਦਾਂ ਹੈ, ਸੰਸਕਾਰ ਉੱਥੇ ਹੋਇਆ, ਪਰ ਆਪਣਾ ਸੀਸ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਭੇਟ ਕੀਤਾ ਸੀ। ਇਹ ਆ ਪ੍ਰੇਮ ਦੀ ਖੇਡ। ਵੀ ਜੇ ਤੁਸੀਂ ਪ੍ਰੇਮ ਦੀ ਖੇਡ ਖੇਡਣੀ ਚਾਹੁੰਦੇ ਹੋ, ਤੁਹਾਡੇ ਮਨ ਦੇ ਵਿੱਚ ਰੱਬ ਦੇ ਮਿਲਣ ਦੀ ਤਾਂਘ ਹੈ, ਤੇ ਆਪਣੇ ਸਿਰ ਨੂੰ ਕੱਟ ਕੇ ਗੇਂਦ ਬਣਾ ਲਓ, ਤੇ ਬਸ ਖੇਲਦਿਆਂ ਖੇਲਦਿਆਂ ਇੰਨੇ ਮਸਤ ਹੋ ਜਾਓ, ਤੁਹਾਨੂੰ ਸੰਸਾਰ ਦਾ, ਸਰੀਰ ਦਾ ਵੀ ਚੇਤਾ ਭੁੱਲ ਜਾਵੇ। ਜੋ ਕੁਛ ਹੋਏ ਤਾਂ ਹੋਏ। ਜਦੋਂ ਕੋਈ ਖਿਡਾਰੀ ਆਪਣੀ
ਆਈ ਤੇ ਆ ਜਾਂਦਾ ਹੈ ਨਾ, ਤੇ ਫਿਰ ਉਹ ਕਹਿੰਦਾ ਜੋ ਕੁਛ ਹੋਣਾ ਹੋ ਜਾਵੇ, ਜੇ 60 ਫੇਟ ਲੱਗਣੀਆਂ ਤਾਂ ਵੀ ਕੋਈ ਪਰਵਾਹ ਨਹੀਂ। ਫਿਰ ਉਹ ਪੂਰੇ ਮਨੋਂ ਤਨੋਂ ਪੂਰੀ ਸ਼ਿੱਦਤ ਦੇ ਨਾਲ ਪੂਰਾ ਟਿੱਲ ਲਾ ਕੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਖੇਡਦੇ ਹਨ। ਕਬੀਰ ਜੋ ਤੋਹੇ ਸਾਧ ਪਿਰਮ ਕੀ, ਪਾਕੇ ਸੇਤੀ ਖੇਲ। ਫਿਰ ਉਸੇ ਪ੍ਰੇਮੀ ਨੂੰ ਫੇਰ ਕਹਿੰਦੇ ਨੇ ਗੁਰਮੁਖਾ, ਜੇ ਤੇਰੇ ਮਨ ਦੇ ਵਿੱਚ ਉਸ ਪਤੀ ਪਰਮੇਸ਼ਰ ਦੇ ਮਿਲਣ ਦੀ ਸਦਰ ਹੈ, ਤਾਂਘ ਹੈ, ਪਾਕੇ ਸੇਤੀ ਖੇਲ, ਜਿਹੜੇ ਪੱਕੇ ਖਿਡਾਰੀ ਨੇ ਉਹਨਾਂ ਦੇ ਨਾਲ ਪ੍ਰੇਮ ਦੀ ਖੇਡ ਖੇਡ। ਪੱਕੇ ਖਿਡਾਰੀ ਕੌਣ ਨੇ? ਜਿਵੇਂ ਕੋਈ ਵੱਡੇ ਭਲਵਾਨ ਹੁੰਦੇ ਨੇ, ਉਹ ਦੂਜਿਆਂ ਨੂੰ ਘੁਲਣਾ ਸਿਖਾਉਂਦੇ ਨੇ। ਇਸੇ ਤਰ੍ਹਾਂ ਕੌਡੀ ਦੇ ਵੱਡੇ ਪਲੇਅਰ ਹੁੰਦੇ ਨੇ, ਉਹ ਦੂਜਿਆਂ ਨੂੰ ਵੀ ਟ੍ਰੇਨਿੰਗ ਦਿੰਦੇ ਨੇ। ਕੋਈ ਹਾਕੀ ਦਾ ਪਲੇਅਰ ਹੁੰਦਾ, ਕੋਈ ਫੁੱਟਬਾਲ ਦਾ ਪਲੇਅਰ ਹੁੰਦਾ, ਉਹ ਫਿਰ ਦੂਜਿਆਂ ਨੂੰ ਸਿਖਾਉਂਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ, ਜੇ ਤੁਸੀਂ ਪ੍ਰੇਮ ਦੀ ਖੇਡ ਖੇਡਣੀ ਹੈ, ਰੱਬ ਦੇ ਮਿਲਣ ਦੀ ਤਾਂਘ ਹੈ, ਤੇ ਜਿਹੜੇ ਪਰਪੱਕ ਅਵਸਥਾ ਵਾਲੇ ਮਹਾਂਪੁਰਖ ਨੇ ਉਹਨਾਂ ਦੇ ਨਾਲ ਪ੍ਰੇਮ ਦੀ ਖੇਡ ਖੇਡੋ। ਉਹਨਾਂ ਦੇ ਨਾਲ ਤੁਸੀਂ, ਉਹ ਕੋਚ ਵਾਂਗ ਹੁੰਦੇ ਨੇ। ਕੋਚ ਸਾਰੇ ਦਾ ਕਾ ਸਮਝਾ ਦਿੰਦੇ ਕਿਵੇਂ ਤੁਸੀਂ ਇਹ ਖੇਡ ਖੇਡਣੀ ਹੈ। ਇਉਂ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਆਪ ਵਾਹਿਗੁਰੂ ਨੂੰ ਮਿਲੇ ਹੋਏ ਨੇ, ਉਹਨਾਂ ਪੱਕੀ ਅਵਸਥਾ ਵਾਲਿਆਂ ਦੇ ਨਾਲ ਪਾਈ ਪ੍ਰੇਮ ਦੀ ਖੇਡ ਖੇਡੋ। ਜਿਵੇਂ ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਆਏ ਨੇ, ਨਾਨਕ ਕੱਚੜਿਆਂ ਸਿਉ ਤੋੜ, ਟੂੰਡ ਸੱਜਣ ਸੰਤ ਪੱਕੀਆਂ, ਓਏ ਜੀਵਨ ਦੇ ਵਿਛੜ ਹੈ, ਓਏ ਮੋਇਆ ਨਾ ਜਾਹੀਂ ਛੋੜ। ਜਿਹੜੇ ਪਰਪੱਕ ਅਵਸਥਾ ਵਾਲੇ ਨੇ, ਜਿਨ੍ਹਾਂ ਦਾ ਮਨ ਅਡੋਲ ਰਹਿੰਦਾ ਹਰ ਅਵਸਥਾ ਦੇ ਵਿੱਚ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਉਹਨਾਂ ਦੇ ਨਾਲ ਮਿਲ ਕੇ ਪ੍ਰੇਮ ਦੀ ਖੇਡ ਖੇਡਿਆ ਕਰੋ। ਕਾਚੀ ਸਰਸੋਂ ਪੇਲ ਕੈ, ਨਾ ਖਲ ਭਈ ਨਾ ਤੇਲ। ਤੇ ਜੇ ਤੁਸੀਂ ਪਖੰਡੀਆਂ ਦੇ ਕੋਲ ਜਾਓਗੇ, ਜਿਹੜੇ ਮਾਇਆ ਦੇ ਭੁੱਖੇ ਨੇ, ਪੂਜਾ ਪ੍ਰਤਿਸ਼ਠਾ ਦੇ ਭੁੱਖੇ ਨੇ, ਤੇ ਭਗਤ ਜੀ ਕਹਿੰਦੇ ਨੇ ਫਿਰ ਉਹ ਕੱਚੀ ਸਰੋਂ ਨੂੰ ਪੇਲ ਕਹਿ ਦਾ ਅਰਥ ਹੈ ਪੀੜ ਕੇ। ਕੱਚੀ ਸਰੋਂ ਨੂੰ ਪੀੜ ਕੇ ਨਾ ਤੇ ਉਹਦੇ ਵਿੱਚੋਂ ਖਲ ਬਣੇਗੀ ਤੇ ਨਾ ਹੀ ਤੇਲ ਨਿਕਲੇਗਾ। ਫਿਰ ਤੁਹਾਡੀ ਹਾਲਤ ਇਹੋ ਜਿਹੀ ਹੋਵੇਗੀ, ਜੇ ਪਖੰਡੀਆਂ ਦੇ ਟਹੇ ਚੜ੍ਹ ਗਏ ਤੇ ਨਾ ਤੇ ਤੁਹਾਨੂੰ ਸੰਸਾਰਕ ਸੁੱਖ ਹੀ ਖਲ ਵਾਂਗੂ ਪ੍ਰਾਪਤ ਹੋਣਗੇ, ਤੇ ਨਾ ਹੀ ਤੁਹਾਨੂੰ ਜਿਹੜਾ ਤੇਲ ਹੈ, ਨਾਮ ਦਾ ਰਸ, ਆਤਮਕ ਸੁਖ, ਉਹ ਤੁਹਾਨੂੰ ਕਦੀ ਪ੍ਰਾਪਤ ਹੋਵੇਗਾ। ਢੂੰਡਤ ਡੋਲ ਹੈ ਅੰਧਗਤ, ਅਰ ਚੀਨਤ ਨਾਹੀ ਸੰਤ। ਲੋ ਕਈ ਇਹੋ ਜਿਹੇ ਵੀ ਲੋਕ ਨੇ, ਉਹ ਮਹਾਂਪੁਰਖਾਂ ਦੀ ਸੰਗਤ ਤਾਂ ਕਰਦੇ ਨਹੀਂ, ਤੇ ਉਹ ਇਕੱਲੇ ਹੀ ਬੈਠ ਕੇ ਕੋਸ਼ਿਸ਼ ਕਰਦੇ ਰਹਿੰਦੇ ਨੇ ਵੀ ਅਸੀਂ ਆਪਣੇ ਢੰਗ ਦੇ ਨਾਲ ਹੀ ਕੋਈ ਮਾੜੀ ਮੋਟੀ ਭਗਤੀ ਬੰਦਗੀ ਕਰਕੇ ਰੱਬ ਨੂੰ ਮਿਲ ਪਾਵਾਂਗੇ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਨਹੀਂ, ਜੇ ਤੁਸੀਂ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਹੋ ਤੇ ਜਿਹੜੇ ਉਸ ਨੂੰ ਮਿਲੇ ਹੋਏ ਨੇ ਮਹਾਂਪੁਰਖ, ਉਹਨਾਂ ਦੀ ਸੰਗਤ ਕਰੋ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਮਹਾਂਪੁਰਖਾਂ ਤੋਂ ਬਿਨਾ ਅਸਲੀ ਭਾਉ, ਸੱਚਾ ਪ੍ਰੇਮ ਲੱਗ ਹੀ ਨਹੀਂ ਸਕਦਾ, ਤੇ ਬਿਨਾਂ ਪ੍ਰੇਮ ਤੋਂ ਭਗਤੀ ਨਹੀਂ ਹੋਣੀ, ਤੇ ਰੱਬ ਨੂੰ ਕਿਵੇਂ ਮਿਲੋਗੇ? ਨਹੀਂ ਮਿਲਿਆ ਜਾਣਾ। ਭਗਤ ਜੀ ਕਹਿੰਦੇ ਨੇ, ਢੂੰਡਤ ਡੋਲਾਂ ਅੰਧਗਤ। ਬਹੁਤੇ ਲੋਕ ਅੰਨਿਆਂ ਦੀ ਤਰ੍ਹਾਂ ਰੱਬ ਨੂੰ ਢੂੰਡਦੇ ਫਿਰਦੇ ਨੇ, ਜਿਵੇਂ ਅੰਨੇ ਕੋਈ ਚੀਜ਼ ਭਾਲਦੇ ਨੇ, ਹੱਥਾਂ ਦੇ ਨਾਲ ਟਟੋਲਦੇ ਨੇ। ਇਉਂ ਕਈ ਲੋਕ ਜਿਹੜੇ ਅਗਿਆਨੀ ਨੇ, ਮਾਨਸਿਕ ਤੌਰ 'ਤੇ ਅੰਨੇ ਨੇ, ਵੀ ਉਹ ਅੰਨਿਆਂ ਵਾਂਗੂ ਰੱਬ ਨੂੰ ਭਾਲਦੇ ਫਿਰਦੇ ਹਨ। ਹਰ ਚੀਨਤ ਨਾਹੀ ਸੰਤ। ਪਰ ਜਿਹੜੇ ਰੱਬ ਦੇ ਸੰਤ ਨੇ, ਉਹਨਾਂ ਦੀ ਕਦਰੋ ਕੀਮਤ ਨੂੰ, ਉਹਨਾਂ ਦੀ ਅਹਿਮੀਅਤ ਨੂੰ, ਉਹਨਾਂ ਦੀ ਜ਼ਰੂਰਤ ਨੂੰ ਮਹਿਸੂਸ ਹੀ ਨਹੀਂ ਕਰਦੇ। ਕਹਿ ਨਾਮਾ ਕਿਉਂ ਪਾਈਐ, ਬਿਨ ਭਗਤ ਹੋ ਭਗਵੰਤ। ਲੋ ਇਹ ਸ਼ਲੋਕ ਭਗਤ ਨਾਮਦੇਵ ਜੀ ਦਾ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਬਾਣੀ ਲਿਖਵਾਈ, ਉਸ ਵੇਲੇ ਗੁਰੂ ਮਹਾਰਾਜ ਨੇ ਇਹਨਾਂ ਸ਼ਲੋਕਾਂ ਦੇ ਵਿੱਚ ਆਪਣੇ ਸ਼ਲੋਕ ਵੀ ਦਰਜ ਕੀਤੇ। ਗੁਰੂ ਅਮਰਦਾਸ ਮਹਾਰਾਜ ਦਾ ਵੀ ਇੱਕ ਸ਼ਲੋਕ ਆਇਆ। ਨਾਮਦੇਵ ਤੇ ਤਰਲੋਚਨ ਜੀ ਦੇ ਸੰਵਾਦ ਦੇ ਵੀ 2 ਸ਼ਲੋਕ ਆਏ। ਹੁਣ ਇਹ ਭਗਤ ਨਾਮਦੇਵ ਜੀ ਦਾ ਆਇਆ ਹੈ। ਇਹ ਭਗਤ ਨਾਮਦੇਵ ਜੀ ਦਾ ਸਿਧਾਂਤ ਹੈ। ਭਗਤ ਜੀ ਕਹਿੰਦੇ ਨੇ, ਕਹਿ ਨਾਮਾ ਕਿਉਂ ਪਾਈਐ, ਬਿਨ ਭਗਤੋਂ ਭਗਵੰਤ।
ਨਾਮਦੇਵ ਕਹਿੰਦਾ, ਦੱਸੋ ਬਿਨਾਂ ਰੱਬ ਦੇ ਭਗਤਾਂ ਤੋਂ ਕਿਵੇਂ ਤੁਸੀਂ ਉਸ ਵਾਹਿਗੁਰੂ ਨੂੰ ਪ੍ਰਾਪਤ ਕਰ ਸਕਦੇ ਹੋ? ਨਹੀਂ ਹੋਣਾ। ਰੱਬ ਦੇ ਪਿਆਰਿਆਂ ਦੀ ਸੰਗਤ ਕਰੋ, ਉਹ ਤੁਹਾਨੂੰ ਰਾਹ ਦੱਸਣਗੇ ਅਤੇ ਫਿਰ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਜਿਹੜੀ ਸੁਹਾਗਣ ਹੋਵੇ ਨਾ, ਉਹ ਦੂਜੀਆਂ ਬੀਬੀਆਂ ਨੂੰ ਵੀ ਸੁਹਾਗਣ ਬਣਾ ਸਕਦੀ ਹੈ। ਜਿਹੜੀ ਹੋਵੇ ਦੁਹਾਗਣ, ਉਹ ਤਾਂ ਸਗੋਂ ਦੂਜੀਆਂ ਬੀਬੀਆਂ ਦੇ ਜੀਵਨ ਖਰਾਬ ਕਰ ਦਿੰਦੀ ਹੈ। ਇਸੇ ਲਈ ਜਿਹੜੇ ਅਸਲੀ ਮਹਾਂਪੁਰਖ ਨੇ, ਪਰਪੱਕ ਅਵਸਥਾ ਵਾਲੇ, ਉਹਨਾਂ ਦੀ ਸੰਗਤ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ। ਉਹ ਹੁਣ ਅੱਗੇ ਭਗਤ ਰਵਿਦਾਸ ਜੀ ਦੇ 2 ਸ਼ਲੋਕ ਆ ਰਹੇ ਨੇ ਅਖੀਰ ਦੇ ਉੱਤੇ। ਭਗਤ ਜੀ ਕਹਿੰਦੇ ਨੇ, ਹਰ ਸੋ ਹੀਰਾ ਛਾੜ ਕੇ, ਵੀ ਵਾਹਿਗੁਰੂ ਤਾਂ ਹੀਰੇ ਵਾਂਗੂ ਅਮੋਲਕ ਹੈ, ਬੇਸ਼ਕੀਮਤੀ ਹੈ ਅਤੇ ਨਾਲ ਹੀ ਸੋਭਾ ਵਾਲਾ ਹੈ। ਉਹਨੂੰ ਛੱਡ ਕੇ ਕਰਹਿ ਆਨ ਕੀ ਆਸ। ਜਿਹੜੇ ਆਦਮੀ ਕਿਸੇ ਹੋਰ ਦੀ ਆਸ ਰੱਖਦੇ ਨੇ, ਹੋਰ ਦੇਵੀ ਦੇਵਤੇ ਨੇ, ਸ਼ਹੀਦ ਮੁਰੀਦ ਨੇ, ਪਖੰਡੀ ਲੋਕ ਨੇ, ਜਿਹੜੇ ਹੋਰਾਂ ਦੀ ਆਸਾ ਕਰਦੇ ਨੇ, ਭਗਤ ਜੀ ਕਹਿੰਦੇ ਉਹ ਬਿਲਕੁਲ ਗਲਤ ਸਟੈਪ ਚੁੱਕ ਰਹੇ ਹਨ। ਤੇ ਨਰ ਦੋਜਕ ਜਾਹੇਂਗੇ, ਸਤ ਭਾਖੈ ਰਵਿਦਾਸ। ਲੋ ਭਗਤ ਰਵਿਦਾਸ ਜੀ ਕਹਿੰਦੇ, ਮੈਂ ਸੱਚੀ ਗੱਲ ਆਖਦਾ ਹਾਂ, ਜਿਹੜੇ ਪਰਮੇਸ਼ਰ ਨੂੰ ਛੱਡ ਕੇ ਹੋਰ ਪਾਸੇ ਜਾਣਗੇ, ਦੇਵੀ ਦੇਵਤਿਆਂ ਵੱਲ, ਮੜੀਆਂ ਮਸਾਣੀਆਂ ਵੱਲ, ਤੇ ਨਰ ਦੋਜਕ ਜਾਹੇਂਗੇ, ਉਹ ਸਾਰੇ ਆਦਮੀ ਨਰਕਾਂ ਵਿੱਚ ਜਾਣਗੇ, ਉਹ ਨਰਕਾਂ ਦੇ ਵਿੱਚ ਜਾ ਕੇ ਡਿੱਗਣਗੇ। ਮੈਂ ਸੱਚੀ ਗੱਲ ਕਹਿ ਰਿਹਾ ਹਾਂ। ਅਤੇ ਜੇ ਤੁਸੀਂ ਬੈਕੁੰਠ ਵਿੱਚ ਜਾਣਾ, ਰੱਬ ਦੇ ਘਰ ਜਾਣਾ, ਫਿਰ ਰੱਬ ਦੀ ਭਗਤੀ ਕਰਨੀ ਪਵੇਗੀ। ਅਤੇ ਜੇ ਤੁਸੀਂ ਰੱਬ ਦੀ ਭਗਤੀ ਛੱਡ ਦਿੱਤੀ, ਹੋਰ ਮੜੀਆਂ ਮਸਾਣੀਆਂ ਦੀ ਪੂਜਾ ਵਿੱਚ ਲੱਗ ਗਏ, ਫਿਰ ਨਰਕਾਂ ਵਿੱਚ ਡਿੱਗਣਾ ਪਵੇਗਾ। ਅਤੇ ਇਹ ਗੱਲ ਸੱਚੀ ਗੱਲ ਅਸੀਂ ਤੁਹਾਨੂੰ ਆਖ ਦਿੱਤੀ ਹੈ। ਕਬੀਰ ਜੋ ਗ੍ਰਹਿ ਕਰਹਿ ਤਾ ਧਰਮ ਕਰ, ਨਾਹੀ ਤਾ ਕਰ ਬੈਰਾਗ। ਇਹ ਭਗਤ ਰਵਿਦਾਸ ਜੀ ਦਾ ਇੱਕੋ ਹੀ ਸ਼ਲੋਕ ਸੀ। ਇੱਕ ਸ਼ਲੋਕ ਨਾਮਦੇਵ ਜੀ ਦਾ ਆ ਗਿਆ ਅਤੇ ਦੂਜਾ ਭਗਤ ਰਵਿਦਾਸ ਜੀ ਦਾ। ਇੱਥੋਂ ਇਹ ਵੀ ਮਾਲੂਮ ਹੁੰਦਾ ਹੈ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤਰਲੋਚਨ ਜੀ, ਇਹ ਸਾਰੇ ਸਮਕਾਲੀ ਹੋਏ ਸਨ। ਇਸੇ ਲਈ ਤਾਂ ਜਿਵੇਂ ਆਪਾਂ ਕੋਈ ਕਥਾ ਪ੍ਰਚਾਰ ਕਰਦੇ ਹਾਂ, ਪ੍ਰਮਾਣ ਦਿੰਦੇ ਹਾਂ, ਕੋਈ ਨਾ ਕੋਈ ਕਿਸੇ ਦਾ ਹਵਾਲਾ ਦਿੰਦੇ ਹਾਂ, ਅਤੇ ਇਉਂ ਇਹ ਹਵਾਲੇ ਦਿੱਤੇ ਗਏ ਨੇ ਦੂਜੇ ਭਗਤਾਂ ਦੇ, ਜਿਹੜੇ ਉੱਚੀ ਅਵਸਥਾ ਦੇ ਮਾਲਕ ਸਨ। ਹੁਣ ਭਗਤ ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਦੂਜੇ ਆਪਣੇ ਸਮਕਾਲੀ ਭਗਤਾਂ ਦੀ ਬਾਣੀ ਵੀ ਦਰਜ ਕੀਤੀ ਹੈ। ਇਸੇ ਲਈ ਤਾਂ ਇਹਨਾਂ ਭਗਤਾਂ ਦਾ ਅੰਤਰ ਆਤਮਾ ਵਾਹਿਗੁਰੂ ਦੇ ਨਾਲ ਪਿਆਰ ਬਣਿਆ ਹੋਇਆ ਸੀ, ਅਤੇ ਆਪ ਵੀ ਇੱਕ ਦੂਸਰੇ ਦੇ ਨਾਲ ਦਿਲੋਂ ਪਿਆਰ ਕਰਦੇ ਸਨ। ਇਸੇ ਲਈ ਇਹ ਭਗਤ ਰਵਿਦਾਸ ਜੀ ਦੀ ਬਾਣੀ ਵੀ ਇਹਦੇ ਵਿੱਚ ਦਰਜ ਹੋ ਗਈ। ਹੁਣ ਅਖੀਰਲਾ ਸ਼ਲੋਕ ਭਗਤ ਕਬੀਰ ਜੀ ਦਾ ਹੀ ਹੈ। ਕਬੀਰ ਭਗਤ ਜੀ ਸਾਨੂੰ ਇੱਕ ਸਮਾਜਿਕ ਤੌਰ 'ਤੇ ਬਹੁਤ ਵਧੀਆ ਸਿੱਖਿਆ ਦਿੰਦੇ ਨੇ। ਕਬੀਰ ਜੋ ਗ੍ਰਹਿ ਕਰਹਿ ਤਾਂ ਧਰਮ ਕਰ। ਕਬੀਰ ਭਗਤ ਜੀ ਕਹਿੰਦੇ ਨੇ, ਜੇ ਤੂੰ ਗ੍ਰਸਤੀ ਬਣਨਾ ਹੈ, ਘਰ ਬਾਰੀ ਬਣਨਾ ਹੈ, ਅਤੇ ਫਿਰ ਧਰਮ ਨੂੰ ਧਾਰਨ ਕਰ। ਜੋ ਗ੍ਰਸਤੀ ਦਾ ਧਰਮ ਹੈ ਨਾ, ਉਹਨੂੰ ਧਾਰਨ ਕਰ। ਗ੍ਰਸਤੀ ਦਾ ਧਰਮ ਕੀ ਹੈ? ਸੋ ਗਿਰਿਹੀ ਜੋ ਨਿਗ੍ਰਹ ਕਰੇ, ਜਪ ਤਪ ਸੰਜਮ ਭਿਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਿਹੀ ਗੰਗਾ ਕਾ ਨੀਰ। ਇਹ ਗੁਰੂ ਨਾਨਕ ਸਾਹਿਬ ਜੀ ਨੇ ਗ੍ਰਸਤੀ ਦਾ ਧਰਮ ਉਚਾਰਨ ਕੀਤਾ। ਹੋਰ ਗ੍ਰਸਤੀ ਦਾ ਧਰਮ ਕੀ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਗ੍ਰਸਤੀ ਦਾ ਧਰਮ ਹੈ। ਕਲਗੀਧਰ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਹੈ, ਸੁਧ ਜਬ ਤੇ ਹਮ ਤਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਾਣ ਤੋਏ ਪ੍ਰਾਣ ਜਬ ਲਗ ਕਠ ਥਾਰੇ, ਨਿਜ ਨਾਰੀ ਕੇ ਸਾਥ ਨਿਹੁ ਤੁਮ ਨਿਤ ਬਢਈਓ, ਪਰ ਨਾਰੀ ਕੀ ਸੇਜ ਪੂਰ ਸੁਪਨੇ ਹੋ ਨਾ ਜਈਓ। ਇਹ ਹੈ ਗ੍ਰਸਤੀ ਦਾ ਧਰਮ। ਅਤੇ ਜਾਂ ਰਹਿਤਨਾਮੇ ਵਿੱਚ ਬਚਨ ਆਉਂਦੇ ਨੇ, ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨਾ, ਆਪਣੀ ਇਸਤਰੀ ਸੋ ਰਤ ਹੋਈ ਰਹਿਤਵਾਨ ਸਿੰਘ ਹੈ ਸੋਈ। ਇਹ ਗ੍ਰਸਤੀ ਦਾ ਧਰਮ ਹੈ। ਇਹਨੂੰ ਭਾਈ ਧਾਰਨ ਕਰੋ, ਅਥਵਾ ਗ੍ਰਸਤੀ ਹੋ ਕੇ ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ। ਇਹ ਗ੍ਰਸਤੀ ਦਾ ਧਰਮ ਹੈ। ਇਹਨੂੰ ਧਾਰਨ ਕਰੇ, ਨਾਹੀਂ ਤਾਂ ਕਰ ਬੈਰਾਗ।
ਭਗਤ ਜੀ ਕਹਿੰਦੇ ਨੇ ਜੇ ਗ੍ਰਸਤ ਧਰਮ ਨਹੀਂ ਧਾਰਨ ਜੋਗਾ ਤੇ ਫਿਰ ਮਨ ਵਿੱਚ ਵੈਰਾਗ ਧਾਰਨ ਕਰ ਲੈ। ਵਿਆਹ ਤੋਂ ਪਹਿਲਾਂ ਹੀ ਆਪਣੇ ਮਨ ਦੇ ਵਿੱਚ ਵੈਰਾਗ ਧਾਰਨ ਕਰ ਲੈ ਵੀ ਮੈਂ ਮੋਹ ਮਾਇਆ ਦੇ ਵਿੱਚ ਲਿਪਤ ਨਹੀਂ ਹੋਣਾ, ਮੈਂ ਮੋਹ ਮਾਇਆ ਤੋਂ ਅਸੰਗ ਰਹਿਣਾ, ਤੇ ਆਪਣੇ ਮਨ ਦੇ ਵਿੱਚ ਪੱਕਾ ਵੈਰਾਗ ਧਾਰਨ ਕਰ ਲੈ। ਵੈਰਾਗੀ ਬੰਧਨ ਕਰੈ ਤਾਕੋ ਬੜੋ ਅਭਾਗ। ਪਰ ਭਗਤ ਜੀ ਕਹਿੰਦੇ ਨੇ ਇੱਕ ਗੱਲ ਯਾਦ ਰੱਖੀ, ਜੇ ਤੂੰ ਗ੍ਰਸਤ ਧਰਮ ਨਹੀਂ ਧਾਰਨ ਕਰਨਾ, ਤੂੰ ਕਹਿੰਦਾ ਮੈਂ ਤੇ ਬਰਖਤ ਹੀ ਰਹਿਣਾ, ਬੇਹੰਗਮ ਹੀ ਰਹਿਣਾ। ਚੰਗੀ ਗੱਲ ਹੈ ਜੇ ਤੂੰ ਆਪਣੇ ਜੀਵਨ ਨੂੰ ਸੰਭਾਲ ਕੇ ਰੱਖ ਸਕਦਾ ਹੈ ਤੇ ਤੈਨੂੰ ਵੀ ਮੁਬਾਰਕ ਹੈ। ਵੈਰਾਗੀ ਬੰਧਨ ਕਰੇ। ਜੇ ਤੂੰ ਵੈਰਾਗਵਾਨ ਹੋ ਕੇ ਤੇ ਹੋਰ ਮੋਹ ਮਾਇਆ ਦੇ ਬੰਧਨਾਂ ਵਿੱਚ ਫਸ ਗਿਆ। ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਬਚਨ ਕਹਿੰਦੇ ਸਨ ਬਈ ਕਈ ਜਿਹੜੇ ਇਹੋ ਜਿਹੇ ਵੀ ਸਾਧੂ ਹੁੰਦੇ ਨੇ, ਉਹ ਆਪਣੇ ਪਰਿਵਾਰ ਨੂੰ ਤਾਂ ਛੱਡ ਦਿੰਦੇ ਨੇ, ਫਿਰ ਸਿੱਖੀ ਸੇਵਕੀ ਦੇ ਮੋਹ ਦੇ ਵਿੱਚ ਫਸ ਜਾਂਦੇ ਨੇ। ਮਹਾਂਪੁਰਖ ਇੱਕ ਉਦਾਹਰਣ ਵੀ ਦਿੰਦੇ ਸਨ। ਊਠ ਜਿਹਨੂੰ ਆਪਾਂ ਬੋਤਾ ਵੀ ਕਹਿ ਦਿੰਦੇ ਹਾਂ, ਵੀ ਜਿਹੜਾ ਊਠ ਹੁੰਦਾ ਹੈ ਉਹ ਆਪਣੀ ਧਾਰ ਪਰੇ ਮਾਰਦਾ ਪਰ ਦੂਜਿਆਂ ਦੇ ਉੱਤੇ ਡਿੱਗ ਪੈਂਦਾ। ਇਹ ਬਰਖਤਾਂ ਦਾ ਹਾਲ ਹੈ ਜਿਹੜੇ ਕਹਿੰਦੇ ਅਸੀਂ ਵਿਆਹ ਨਹੀਂ ਕਰਾਉਣਾ, ਫਿਰ ਹੋਰ ਪਾਸੇ ਉਹਨਾਂ ਦਾ ਜੀਵਨ ਖਰਾਬ ਹੁੰਦਾ। ਇਸੇ ਲਈ ਭਗਤ ਜੀ ਵੀ ਸਾਨੂੰ ਸਾਵਧਾਨ ਕਰਦੇ ਨੇ, ਵੈਰਾਗੀ ਬੰਧਨ ਕਰੇ। ਜੇ ਵੈਰਾਗੀ ਹੋ ਕੇ ਕੋਈ ਮੋਹ ਮਾਇਆ ਦੇ ਬੰਧਨਾਂ ਵਿੱਚ ਫਸ ਜਾਂਦਾ ਹੈ ਤਾਂ ਕੋ ਬੜੋ ਅਭਾਗ, ਫਿਰ ਉਹਦਾ ਤੇ ਬਹੁਤ ਹੀ ਮਾੜਾ ਭਾਗ ਹੈ, ਬਹੁਤ ਖੋਟਾ ਕਰਮ ਹੈ। ਜੇ ਉਹ ਵੈਰਾਗੀ ਹੋ ਕੇ, ਸਾਧੂ ਹੋ ਕੇ, ਬਰਖਤ ਹੋ ਕੇ ਫਿਰ ਆਪਣੇ ਜੀਵਨ ਨੂੰ ਸਾਫ ਸੁਥਰਾ ਨਹੀਂ ਰੱਖ ਸਕਦਾ, ਤੇ ਫਿਰ ਉਹਦੇ ਲਈ ਤੇ ਹੋਰ ਬਹੁਤ ਹੀ ਬਦਨਸੀਬੀ, ਬਦਕਿਸਮਤੀ ਹੋਰ ਕੀ ਹੋ ਸਕਦੀ ਹੈ। ਇਹਦੇ ਨਾਲੋਂ ਤੇ ਚੰਗਾ ਇਹੀ ਹੈ ਸਮੇਂ ਦੇ ਨਾਲ ਗ੍ਰਸਤ ਧਰਮ ਨੂੰ ਅਪਣਾਇਆ ਜਾਵੇ। ਕਿਉਂ? ਸ਼੍ਰੀਮਾਨ ਸਤਿਕਾਰਯੋਗ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ, ਜੋ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸਤਿਕਾਰਯੋਗ ਪਿਤਾ ਜੀ ਸਨ, ਉਹਨਾਂ ਨੇ ਇੱਕ ਵਾਰੀ ਦਾਸ ਨੂੰ ਬਚਨ ਸੁਣਾਇਆ ਸੀ। ਉਹ ਕਹਿਣ ਲੱਗੇ ਜਿਹੜਾ ਗ੍ਰਸਤ ਧਰਮ ਹੈ ਇਹ ਕਿਲੇ ਦੀ ਲੜਾਈ ਹੈ, ਅਤੇ ਜਿਹੜਾ ਬੇਹੰਗਮ ਰਹਿਣਾ ਇਹ ਮੈਦਾਨ ਦੀ ਲੜਾਈ ਹੈ। ਜਦੋਂ ਕੋਈ ਸੂਰਮਾ ਮੈਦਾਨ ਦੇ ਵਿੱਚ ਲੜਦਾ ਹੈ, ਕਿਸੇ ਪਾਸਿਓਂ ਵੀ ਉਹਦੇ ਉੱਤੇ ਵਾਰ ਹੋ ਸਕਦਾ, ਉਹਦਾ ਨੁਕਸਾਨ ਹੋ ਸਕਦਾ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਸਗਲ ਧਰਮ ਹੈ ਗ੍ਰਸਤ ਪ੍ਰਧਾਨ ਹੈ, ਗ੍ਰਸਤ ਜੀਵਨ ਨੂੰ ਪ੍ਰਵਾਨਗੀ ਅਤੇ ਪ੍ਰਧਾਨਗੀ ਦਿੱਤੀ ਹੈ। ਆਪ ਵੀ ਗੁਰੂ ਨਾਨਕ ਸਾਹਿਬ ਗ੍ਰਸਤੀ ਸਨ, ਉਹਨਾਂ ਨੂੰ ਵੀ ਆਨੰਦ ਕਾਰਜ ਕਰਵਾਇਆ। ਕਈ ਮਹਾਂਪੁਰਖ ਵੀ ਗ੍ਰਸਤੀ ਹੋਏ ਨੇ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੀ ਗ੍ਰਸਤੀ ਸਨ, ਉਹਨਾਂ ਦਾ ਵੀ ਪਰਿਵਾਰ ਸੀ। ਪਰ ਵੱਡੀ ਗੱਲ ਇਹ ਹੈ ਅਤੇ ਉਹਨਾਂ ਨੇ ਜਿਹੜੀ ਗੁਰਮਤਿ ਦੀ ਜੁਗਤ ਸੀ ਉਹਨੂੰ ਅਪਣਾਇਆ ਹੋਇਆ ਸੀ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦੀਆਂ ਖੇਲੰਦੀਆਂ ਪੈਨੰਦੀਆਂ ਖਾਵੰਦੀਆਂ ਵਿੱਚੇ ਹੋਵੇ ਮੁਕਤ। ਹੁਣ ਇੱਕ ਸਵਾਲ ਪੈਦਾ ਹੁੰਦਾ, ਜੁਗਤ ਕੀ ਹੈ? ਪੂਰਨ ਹੋਵੇ ਜੁਗਤ। ਅਤੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਿੱਖਾਂ ਨੂੰ ਪੂਰਨ ਜੁਗਤ ਸਮਝਾਈ ਹੈ ਉਹ ਇਹ ਹੈ, ਜੈਸੇ ਜਲ ਮੈਂ ਕਵਲ ਨਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਗੁਰਸਿੱਖਾ ਚਾਹੇ ਘਰ ਵਿੱਚ ਰਵੇਂ ਅਤੇ ਚਾਹੇ ਬਾਹਰ, ਤੂੰ ਸੁਰਤ ਨੂੰ ਸ਼ਬਦ ਨਾਲ ਜੋੜਨਾ। ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਦਾ ਅਭਿਆਸ ਕਰਨਾ, ਨਿਤਨੇਮ ਕਰਨਾ ਹੈ। ਕੰਮ ਕਾਰ ਕਰਦਿਆਂ ਹੋਇਆਂ ਹਾਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ, ਇਹ ਹੈ ਗੁਰਮਤਿ ਦੀ ਜੁਗਤੀ। ਇਹਦੇ ਨਾਲ ਜੁੜਨਾ ਹੈ ਅਤੇ ਇਹਦੇ ਨਾਲ ਹੀ ਨਾਲੇ ਤੇਰਾ ਜੀਵਨ ਸੁਰੱਖਿਅਤ ਰਹੇਗਾ ਅਤੇ ਨਾਲੇ ਦੁਸ਼ਮਣ ਦਾ ਮੁਕਾਬਲਾ ਵੀ ਕਰ ਸਕਦਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਜੇ ਤਾਂ ਗ੍ਰਸਤੀ ਬਣਨਾ ਫਿਰ ਗ੍ਰਸਤੀ ਵਾਲੇ ਧਰਮ ਨੂੰ ਧਾਰਨ ਕਰ, ਨਹੀਂ ਤੇ ਵੈਰਾਗ ਧਾਰਨ ਕਰ ਲੈ ਜੇ ਨਹੀਂ ਫਰਜ਼ ਨਿਭਾਉਣ ਜੋਗਾ। ਜੇ ਵੈਰਾਗੀ ਹੋ ਕੇ ਕਿਸੇ ਹੋਰ ਮੋਹ ਜਾਲ ਦੇ ਵਿੱਚ ਫਸ ਗਿਆ ਅਤੇ ਫਿਰ ਉਸ ਤੋਂ ਵੱਡਾ ਮਾੜਾ ਭਾਗ ਤੇਰਾ ਹੋਰ ਕੋਈ ਨਹੀਂ ਹੋ ਸਕਦਾ। ਇਸ ਲਈ ਆਪਣੇ ਜੀਵਨ ਨੂੰ ਸੰਭਾਲ ਕੇ ਰੱਖਣਾ ਇਹ ਸਾਡਾ
ਧਰਮ ਵੀ ਹੈ, ਇਹ ਸਾਡੀ ਡਿਊਟੀ ਵੀ ਹੈ, ਇਹ ਸਾਡਾ ਫਰਜ਼ ਵੀ ਹੈ। ਅਤੇ ਗੁਰੂ ਮਹਾਰਾਜ ਦਾ ਹੁਕਮ ਵੀ ਇਹੀ ਹੈ। ਭਾਈ ਗ੍ਰਸਤੀ ਹੋ ਕੇ ਕਈ ਫੇਰ ਵੀ ਆਪਣੇ ਜੀਵਨ ਨੂੰ ਨਹੀਂ ਸੰਭਾਲ ਸਕਦੇ। ਸਾਰਿਆਂ ਨੂੰ ਗੁਰੂ ਮਹਾਰਾਜ ਨੇ ਸਾਂਝੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਨੇ ਅਪਾਰ ਮਿਹਰਾਂ ਕੀਤੀਆਂ। ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਕਥਾ ਇੱਥੇ ਸੰਪੂਰਨ ਹੋਈ ਹੈ। ਜੋ ਉਹਨਾਂ ਨੇ ਉਪਦੇਸ਼ ਦਿੱਤੇ ਨੇ, ਆਪਾਂ ਇਹਨਾਂ ਨੂੰ ਸੁਣਿਆ ਹੈ, ਆਪਣੇ ਜੀਵਨ ਵਿੱਚ ਵਸਾਈਏ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਬੀਰ ਜੋ ਗ੍ਰਹਿ ਕਰਹਿ ਤਾ ਧਰਮ ਕਰ, ਨਾਹੀ ਤਾ ਕਰ ਬੈਰਾਗ। ਬੈਰਾਗੀ ਬੰਧਨ ਕਰੈ, ਤਾਕੋ ਵੱਡੋ ਅਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।